श्री वाहिगुरु साहिब जीओ। श्री नानक पाद पंकज बंदन, पाद पंकज बंदन। सिमरो अंगद दोख निकंदन। अमरदास हृदय नित त्यावो जी, हृदय नित त्यावो। श्री गुर रामदास गुण गावो। श्री अर्जन विघ्नन के नासक, विघ्नन के नासक। श्री हर गोबिंद सुबो सुमत प्रकाशक। श्री हर राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला जी, परम कृपाला। श्री गुर गोबिंद सिंह विसाला। तरों तरा पर पुन पुन सीसा जी, पुन पुन सीसा। वंदो बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर धार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। श्री वाहिगुरु साहिब जी दोहरा। मेहरबान पर्यंक पर लद्यो अधिक अहंकार। श्री हर गोबिंद शिवानिद बैठे तरे निहार। मेहरबान पर्यंक पर। वाहिगुरु जी का खालसा, वाहिगुरु जी की फतेह। दीन दयाल भगत वत्सल पतित पावन दामन धन। श्री गुरु नानक देव सच्चे पातशाह जी महाराज कलगीधर पिता पंथ दे वाली अमृत के लाते साहिब कमाल। धन 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 श्री गुरु गोबिंद सिंह साहिब जी महाराज। दसे गुरु साहिबाना की आत्मक जोत जागदी जोत। चवर छतर सिंघासन तख्त दे मालक जुगो जुग अटल। बाणी के बोहित धन धन श्री गुरु ग्रंथ साहिब जी महाराज। परम सत्कारयोग सतगुरु जी की साजी नवाजी गुरु खालसा गुरु गोबिंद साध संगत जीओ। आप गुरु की संगतां गुरसिख प्यारे बहुत ही वड्डियां भागां वाले वडभागी हो, जिन्हां नूं धन धन सतगुरु श्री गुरु ग्रंथ साहिब महाराज जी की हजूरी विच महापुरखों के पावन पवित्र स्थान विखे हाजरियां भरन दा सुभाग समां प्राप्त हो रहा है। गुरु साहिब जी ने बेअंती अबर अपार कृपा करके आप गुरसिखां दे दर्शन करन दा सुभाग समां बख्शिया है। गुरु महाराज जी की कृपा नाल चल रही गुर इतिहास की लड़ीवार कथा का समा होया है।
ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਜਿਨ੍ਹਾਂ ਦੇ ਭਾਗਾਂ ਵਿੱਚ ਹੈ, ਜਿਨ੍ਹਾਂ ਦੇ ਕਰਮ ਚੰਗੇ ਹੈ, ਉਹ ਗੁਰੂ ਕੇ ਕੌਤਕ, ਗੁਰੂ ਕੇ ਇਤਿਹਾਸ ਨੂੰ ਸਰਵਣ ਕਰਕੇ ਆਪਣੇ ਜਨਮ ਦਾ ਜੋ ਅਸਲੀ ਮੁੱਖ ਲਾਹਾ ਹੈ, ਉਸ ਲਾਹੇ ਨੂੰ ਪ੍ਰਾਪਤ ਗੁਰੂ ਕੇ ਸੇਵਕ ਪ੍ਰਾਪਤ ਕਰ ਰਹੇ ਹਨ। ਸੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੰਜ ਪੀਰ ਪੰਜ ਪਿਆਲੇ, ਛਠਾਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਪੁਕਾਰੀ। ਐਸੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਦੇ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ। ਜਿਸ ਪ੍ਰਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਹੌਰ ਦੀ ਧਰਤੀ ਦੇ ਪਹੁੰਚੇ, ਨਾਲ ਹੀ ਇਹ ਜਹਾਂਗੀਰ ਪਹੁੰਚਿਆ ਸੀ, ਤੇ ਜਹਾਂਗੀਰ ਜਿਵੇਂ ਉਥੋਂ ਚੱਲ ਕੇ ਜੰਮੂ ਕਸ਼ਮੀਰ ਵੱਲ ਚਲਾ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਲਾਹੌਰ ਵਿੱਚ ਹੀ ਰਹੇ ਹੈ। ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਵੀ ਮਿਹਰਬਾਨ ਵੀ ਇੱਥੇ ਹੀ ਹੈ, ਸਾਡਾ ਵੱਡਾ ਭਰਾ ਹੈ, ਭਾਈ ਹੈ, ਸਾਡਾ ਵੱਡਾ ਭਰਾ ਹੈ, ਉਹ ਵੀ ਚਲੋ ਇੱਥੇ ਆਇਆ ਹੈ, ਤੇ ਮਹਾਰਾਜ ਹੁਣ ਜੇ ਵੱਡਿਆਂ ਦਾ ਸੁਭਾਅ ਹੁੰਦਾ ਹੈ, ਭਾਵੇਂ ਕਿ ਉਮਰ ਵਿੱਚ ਮਿਹਰਬਾਨ ਹੀ ਵੱਡੇ ਹੈ, ਪਰ ਗੁਰੂ ਸਾਹਿਬ ਦੇ ਵੱਡਿਆਂ ਤੋਂ ਵੱਡੇ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਦਾ ਸੁਭਾਅ, ਮਹਾਰਾਜ ਜੀ ਨੇ ਸੋਚਿਆ ਕਿ ਚਲੋ ਜੋ ਪਿੱਛੇ ਹੋਇਆ ਸੋ ਹੋਇਆ, ਆਪਾਂ ਨੂੰ ਮਿਹਰਬਾਨ ਆਪਣੇ ਵੱਡੇ ਭਰਾ ਨਾਲ ਮਿਲਣਾ ਚਾਹੀਦਾ। ਜਿਸ ਕਰਕੇ ਮਹਾਰਾਜ ਜੀ ਨੇ ਭਾਈ ਪੈੜੇ ਦੇ ਪੁਰਾਣੇ ਨੂੰ ਭੇਜਿਆ ਵੀ ਜਾਓ, ਉਹਨਾਂ ਨੂੰ ਕਹੋ ਕਿ ਜਿਹੜਾ ਫਾਲਤੂ ਦਾ ਫਜ਼ੂਲ ਦਾ ਵੈਰ ਭਾਵ ਹੈ ਉਹਨੂੰ ਖਤਮ ਕਰੋ ਤੇ ਸਾਡੇ ਨਾਲ ਮੇਲ ਮਿਲਾਪ ਕਰੋ। ਭਾਈ ਪੈੜਾ ਤੇ ਭਾਈ ਪੁਰਾਣਾ ਜਿਹੜੇ ਚਲੇ ਗਏ, ਜਦੋਂ ਜਾ ਕੇ ਨਤਮਸਤਕ ਹੋਏ ਹੈ, ਪ੍ਰਸੰਗ ਚ ਲਾਇਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਬਾਰੇ ਵੀ ਉਹ ਕਹਿ ਰਹੇ ਮਹਾਰਾਜ ਜੀ ਆ ਕੇ ਤੁਸੀਂ ਸਾਰੀਆਂ ਗੱਲਾਂ ਭੁਲਾ ਕੇ ਸਾਡੇ ਨਾਲ ਮਿਲੋ ਵਰਤੋ। ਤਾਂ ਉਸ ਵੇਲੇ ਦੇ ਇਹ ਜਿਹੜਾ ਮਿਹਰਬਾਨ ਤੇ ਅੱਗ ਦਾ ਬਰੋਲਾ ਹੋਇਆ, ਬੋਲਿਆ ਪੈਂਦਿਆਂ ਲੈਂਦਿਆਂ ਕਿ ਅੱਛਾ ਜਿਵੇਂ ਇਹਨਾਂ ਦੇ ਪਿਤਾ ਛਲ ਕਪਟ ਸਾਡੇ ਪਿਤਾ ਨਾਲ ਕਰਦੇ ਰਹੇ ਹੈ, ਉਹੀ ਉਹ ਇਹਨਾਂ ਦੀ ਰੀਤੀ ਹੁਣ ਫੜ ਲਈ ਹੈ, ਸਾਡੇ ਨਾਲ ਮਿਲ ਵਰਤਣਾ ਚਾਹੁੰਦੇ ਹੈ। ਕਹਿੰਦਾ ਹੈ ਮੈਂ ਕੋਈ ਮਿਲ ਵਰਤਨ ਨਹੀਂ ਕਰਨਾ, ਮੈਂ ਤੇ ਇੱਕ ਇੱਕ ਜਿਹੜੀ ਪਾਈ ਹੈ ਨਾ, ਜੋ ਸਾਡਾ ਹਿੱਸਾ ਬਣਦਾ ਹੈ ਉਹ ਵਸੂਲ ਕਰਨਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਹੈ ਕਿ ਸ਼ਸਤਰਧਾਰੀ ਬਣ ਕੇ ਤੇ ਯੋਧੇ ਬਣ ਬੈਠੇ ਹੈ, ਤੇ ਕੀ ਸਾਨੂੰ ਸ਼ਸਤਰ ਚਲਾਉਣੇ ਨਹੀਂ ਆਉਂਦੇ ਹੈ? ਕਹਿੰਦਾ ਮੈਂ ਵੀ ਸ਼ਸਤਰਧਾਰੀ ਹੋ ਕੇ ਇਹਨਾਂ ਨਾਲ ਚੰਗੀ ਤਰ੍ਹਾਂ ਜੰਗ ਯੁੱਧ ਕਰਾਂਗਾ, ਤੇ ਜੋ ਸਾਡਾ ਬਣਦਾ ਉਹ ਆਪਾਂ ਲੈ ਕੇ ਛੱਡਾਂਗੇ। ਇਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਵਚਨ ਕਹੇ ਹੈ। ਭਾਈ ਪੈੜਾ ਪੁਰਾਣਾ ਸਮਝਾ ਬੁਝਾ ਕੇ ਵਾਪਸ ਆ ਗਏ ਕਿ ਆ ਮਹਾਰਾਜ ਸੱਚਾ ਪਾਤਸ਼ਾਹ ਉਹ ਨਹੀਂ ਮੰਨਦਾ ਹੈ, ਉਹ ਤੇ ਹੋਰ ਹੀ ਸਗੋਂ ਬਚਨ ਦੇ ਇੱਕ ਬਚਨ ਕਰਦਾ ਹੈ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਪੈੜਾ ਪੁਰਾਣਾ ਜੀ, ਅਸੀਂ ਫਿਰ ਆਪ ਜਾਣੇ ਆ, ਕਿਉਂਕਿ ਸਾਡੇ ਵੱਡੇ ਥਾਂ ਆ, ਸਾਨੂੰ ਆਪ ਹੀ ਚਲੋ ਜਾਣਾ ਬਣਦਾ ਹੈ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਤਿਆਰੀ ਕੀਤੀ, ਆਪ ਗੁਰੂ ਸਾਹਿਬ ਜੀ ਜੋ ਚੱਲ ਪਏ ਹੈ। ਤੇ ਇਸ ਨੂੰ ਪਤਾ ਲੱਗ ਗਿਆ ਮਿਹਰਬਾਨ ਨੂੰ ਵੀ ਮੇਰੀ ਸ਼ਰਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਆ। ਇਹਨੇ ਪਹਿਲਾਂ ਹੀ ਆਪਣੇ ਜਿਹੜੇ ਗਰੀਬੜੇ ਜਿਹੇ ਕੰਗਲੇ ਜਿਹੇ ਸਿੱਖ ਬਿਠਾਏ ਸੀ ਨਾ, ਆਪਣੇ ਵਰਗੇ ਕਪਟੀਏ ਜੇ ਖਾਊ ਯਾਰ, ਉਹਨਾਂ ਨੂੰ ਕਹਿ ਦਿੱਤਾ ਵੀ ਇਹ ਜਦੋਂ ਹਰਗੋਬਿੰਦ ਸਾਹਿਬ ਆਉਣਗੇ ਨਾ, ਤੁਸੀਂ ਮੱਥਾ ਨਹੀਂ ਕਿਸੇ ਟੇਕਣਾ ਹੈ, ਉਹਨਾਂ ਨੂੰ ਕਿਸੇ ਨੇ ਨਮਸਕਾਰ ਨਹੀਂ ਕਰਨੀ ਹੈ, ਐ ਆਕੜ ਕੇ ਬੈਠੇ ਰਹਿਣਾ ਹੈ। ਉਹ ਜਿਵੇਂ ਪੱਟੀ ਪੜਾਈ ਉੱਥੇ ਉਸੇ ਤਰ੍ਹਾਂ ਬੈਠੇ ਬੈਠੇ ਰਹੇ ਹੋ। ਤੇ ਇੱਧਰ ਗੁਰੂ ਸਾਹਿਬ ਜੀ ਪਹੁੰਚੇ ਹੈ। ਮਿਹਰਬਾਨ ਜਿਹੜਾ ਹੈ ਉਹ ਹੰਕਾਰ ਦੇ ਵਿੱਚ ਕਿਵੇਂ ਲੱਦਿਆ ਪਿਆ ਹੈ, ਸਾਧ ਸੰਗਤ ਜੀ, ਕਿਵੇਂ ਉਹ ਬੈਠਾ ਹੋਇਆ ਆਸਣ ਲਾ ਕੇ, ਜਿਵੇਂ ਮੂਰਖਤਾਈ ਦਾ ਸੁਭਾਅ ਹੁੰਦਾ ਵੀ ਮੂਰਖ ਨੇ ਤੇ ਆਪਣੀ ਹੀ ਕਰਨੀ ਹੁੰਦੀ ਹੈ। ਉਹ ਕੀ ਜਾਣੇ ਗੁਰੂ, ਉਹ ਕੀ ਜਾਣੇ ਪੀਰ, ਉਹ ਕੀ ਜਾਣੇ ਵੱਡ ਵਡੇਰਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜਿਵੇਂ ਦੇ ਪਾਸ ਪਹੁੰਚੇ ਹੈ, ਤੇ ਇਹ ਜਿਵੇਂ ਗੁਰੂ ਕੇ ਅਨੁਸਾਰੀ ਨਹੀਂ ਹੋਇਆ, ਸਗੋਂ ਬੜਾ ਹੀ ਹੰਕਾਰ ਚੁੱਕੀ ਫਿਰਦਾ ਹੈ, ਮਾਣ ਕਰੀ ਫਿਰਦਾ ਹੈ। ਉਹ ਪ੍ਰਸੰਗ ਅੱਜ ਦੇ ਜਵਾਨਾਂ ਵਿੱਚ ਆ ਰਹੇ ਹੈ। ਆਓ ਗੁਰੂ ਦੀਆਂ ਸੰਗਤਾਂ, ਗੁਰੂ ਪਿਆਰੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਦਾ ਇਤਿਹਾਸ ਸਰਵਣ ਕਰੋ, ਆਪਣਾ ਜਨਮ ਸਫਲਾ ਕਰੋ ਜੀ।
ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਕੋਈ ਰਸਨਾ ਮਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਿਹਰਬਾਨ ਪ੍ਰੇਮ ਪਾਰ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਗਏ ਮਹਾਰਾਜ, ਤੇ ਸਮੋਂ ਗੁਰੂ ਸਾਹਿਬ ਭੇਟਾ ਵੀ ਲੈ ਕੇ ਗਏ ਆ, ਪ੍ਰਸ਼ਾਦ ਆਦਿਕ ਲੈ ਕੇ ਗਏ ਆ। ਅੱਗੇ ਜਾ ਪ੍ਰਸ਼ਾਦ ਰੱਖਿਆ ਮਹਾਰਾਜ ਜੀ ਨੇ, ਪਰ ਇਹਦੀ ਚੋਪੀ ਰਿਹਾ ਹੈ, ਇਹ ਨਹੀਂ ਬੋਲਿਆ ਹੈ। ਸਗੋਂ ਮਿਹਰਬਾਨ ਤੇ ਕਹਿੰਦੇ ਐਡਾ ਤਕੜਾ ਇਹਨੇ ਆਸਣ ਲਾਇਆ, ਪੂਰਾ ਹੀ ਗੁਰੂ ਬਣ ਕੇ ਬੈਠਾ ਹੋਇਆ ਉਸ ਉੱਪਰ, ਤੇ ਹੰਕਾਰ ਦੇ ਨਾਲ ਹੀ ਲੱਗਿਆ ਹੋਇਆ। ਮਾਨੋ ਜਿਹੜਾ ਆਸਣ ਆ ਨਾ, ਉਹ ਤੇ ਮਿਹਰਬਾਨ ਨਹੀਂ ਬੈਠਾ, ਮਾਨੋ ਹੰਕਾਰ ਹੀ ਬੈਠਾ, ਲੱਦਿਆ ਪਿਆ ਪੂਰਾ ਆਸਣ ਹੰਕਾਰ ਦੇ ਨਾਲ। ਇੱਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਮਾਤਮਾ ਪਰਮੇਸ਼ਰ ਆਪ, ਜੋ ਖਿਮਾ ਦੇ, ਖਿਮਾ ਕੀ ਹੈ ਕਿ ਜਿਹੜਾ ਆਪ ਤੋਂ ਛੋਟਾ ਵੀ ਸਾਡੇ ਨਾਲ ਕੋਈ ਵਧੀਕੀ ਕਰ ਦੇਣਾ, ਉਹਨੂੰ ਮਾਫ ਕਰ ਦੇਣਾ। ਮਹਾਰਾਜ ਜੋ ਖਿਮਾ ਦੇ ਖਜ਼ਾਨੇ ਸਮੁੰਦਰੀ ਹਨ। ਮਹਾਰਾਜ ਵੇਖ ਲਿਆ ਵੀ ਇਹਨੇ ਸਾਨੂੰ ਕੀ ਕਹਿਣਾ, ਵੀ ਤੁਸੀਂ ਆ ਕੇ ਸਾਹਮਣੇ ਬੈਠੋ, ਇਹਦੇ ਆਕੜਿਆ ਫਿਰਦਾ ਹੈ। ਮਹਾਰਾਜ ਦੇ ਆਕੜ ਹੰਕਾਰ ਨੂੰ ਵੇਖ ਕੇ ਗੁਰੂ ਸਾਹਿਬ ਆਪਦੇ ਹੇਠਾਂ ਹੀ ਬੈਠ ਗਏ ਆ ਥੱਲੇ। ਹੁਣ ਸਿੱਖ ਗੁਰੂ ਕੇ ਕਿੱਥੋਂ ਜਰਦੇ ਗੁਰੂ ਕੀ ਬੇਅਦਬੀ। ਤਦੋਂ ਕਹਿੰਦੇ ਭਾਈ ਬਿਧੀ ਚੰਦ ਹੁਣ ਪੂਰੇ ਜੱਟ ਮੂਡ ਵਿੱਚ ਸਨ। ਤਦੋਂ ਭਾਈ ਬਿਧੀ ਚੰਦ ਕਹਿੰਦੇ ਸਹਿ ਨਾ ਸਕਿਆ ਇਸ ਤਰ੍ਹਾਂ ਅਪਮਾਨ ਸਤਿਗੁਰੂ ਦਾ ਵੇਖ ਕੇ। ਸਿੱਧਾ ਕਹਿ ਦਿੱਤਾ ਮਹਾਰਾਜ ਸੱਚਾ ਪਾਤਸ਼ਾਹ, ਇਹ ਕਿਹੋ ਜਿਹਾ ਮਿਹਰਬਾਨ, ਇਹ ਤੇ ਜੋਗ ਵੇਖਿਆ ਹੀ ਨਹੀਂ ਹੈ। ਹਲੇ ਕੋਈ ਸਿੱਖ ਹੋਵੇ ਇਹ ਕਰਦਾ ਵੀ ਚੰਗਾ ਲੱਗਦਾ, ਕਿ ਇਹਨੂੰ ਨਹੀਂ ਪਤਾ ਵੀ ਗੁਰੂ ਸਾਹਿਬ ਆਏ ਹੋਏ ਹੈ। ਇਸ ਨੇ ਕੋਈ ਜੋਗ ਅਜੋਗ ਬਣਦੀ ਗੱਲ ਨਾ ਬਣਦੀ ਗੱਲ ਦੇਖੀ ਨਹੀਂ, ਜਾਣੀ ਨਹੀਂ ਹੈ। ਕਿਵੇਂ ਉੱਪਰ ਬੈਠਾ ਹੀ ਰਿਹਾ ਹੈ ਤੇ ਥੱਲੇ ਕਿਉਂ ਨਹੀਂ ਮਹਾਰਾਜ ਇਹ ਬੈਠਾ। ਆਪ ਸ਼੍ਰੋਮਣੀ ਜੱਗ ਵਿੱਚ ਆਪਣੇ ਨੂੰ ਕਰਕੇ ਬੈਠਾ ਵੀ ਮੈਂ ਇਸ ਵੱਡਾ ਗੁਰੂ, ਮੇਰੇ ਵਰਗਾ ਕੌਣ ਹੈ, ਮਿਹਰਬਾਨ ਵਰਗਾ। ਸੱਚਾ ਪਾਤਸ਼ਾਹ ਤੁਸੀਂ ਤੇ ਪੀਰਾਂ ਦੇ ਪੀਰ ਹੋ, ਇਸੇ ਤਰ੍ਹਾਂ ਬਾਦਸ਼ਾਹ ਦੇ ਬਾਦਸ਼ਾਹ ਹੋ। ਤੁਹਾਡੇ ਵਰਗਾ ਕਿਹੜਾ ਵੱਡਾ ਬਾਦਸ਼ਾਹ ਹੈ, ਤੁਹਾਡੇ ਤੋਂ ਵੱਡਾ ਕਿਹੜਾ ਬੜਾ ਪੀਰ ਹੈ। ਅਸਾਂ ਨੇ ਤੇ ਜਾਣਿਆ ਵੀ ਆਪ ਜੀ ਤੋਂ ਉੱਚਾ ਕੋਈ ਨਹੀਂ ਹੈ ਸੰਸਾਰ ਦੇ ਉੱਪਰ। ਤੁਹਾਡਾ ਨਾਮ ਵੀ ਉੱਚਾ, ਆਪ ਵੀ ਤੁਸੀਂ ਉੱਚੇ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੇ ਕੋਈ ਤੇ ਉੱਚੇ ਕੋ ਜਾਣੇ ਸੋਏ। ਸੱਚਾ ਪਾਤਸ਼ਾਹ ਤੁਸੀਂ ਉੱਚਾ ਤੋਂ ਉੱਚੇ ਹੋ। ਅਸਲ ਵਿੱਚ ਇਹ ਉੱਚਾ ਨਹੀਂ, ਜਿਸ ਕਰਕੇ ਤੁਹਾਨੂੰ ਜਾਣਿਆ ਹੀ ਨਹੀਂ, ਸਮਝਿਆ ਨਹੀਂ। ਜੋਗ ਸੁਣ ਕੇ ਭਾਈ ਬਿਧੀ ਚੰਦ ਤੋਂ ਵੀ ਬਹੁਤ ਗੁੱਸੇ ਵਿੱਚ ਹੀ ਹੈ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਗੁੱਸਾ ਨਾ ਕਰ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕਹੇ ਹੈ। ਨਹੀਂ ਬਿਧੀ ਚੰਦ ਜੀ, ਐਸੀ ਕੋਈ ਗੱਲ ਨਹੀਂ ਹੈ। ਅਸਲ ਵਿੱਚ ਨਾ ਸਾਡੇ ਪਿਤਾ ਜੋ ਸਨ ਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸਾਡੇ ਪਿਤਾ ਤੋਂ ਇਹਨਾਂ ਦੇ ਪਿਤਾ ਜੋ ਪ੍ਰਿਥੀ ਚੰਦ ਸਨ ਉਹ ਵੱਡੇ ਸਨ। ਤੇ ਜੇ ਹੁਣ ਇਹਨਾਂ ਵੱਲ ਵੇਖੀਏ ਤੇ ਇਹ ਵੀ ਜਿਹੜੀ ਉਮਰ ਵਿੱਚ ਸਾਡੇ ਤੋਂ ਵੱਡੇ ਹੀ ਹਨ। ਤੇ ਸਾਡਾ ਜਿਹੜਾ ਅਵਤਾਰ ਹੈ ਇਹਨਾਂ ਤੋਂ ਬਾਅਦ ਵਿੱਚ ਹੋਇਆ ਹੈ, ਇਸ ਕਰਕੇ ਅਸੀਂ ਛੋਟੇ ਹਾਂ ਤੇ ਇਹ ਵੱਡੇ ਹਨ। ਬਿਧੀ ਚੰਦ ਜੀ ਗੁੱਸਾ ਨਹੀਂ ਕਰਨਾ, ਕਿਉਂਕਿ ਜਿਹੜੇ ਹੁੰਦੇ ਆ ਨਾ ਵੱਡੇ, ਉਹਨਾਂ ਦਾ ਜੋਗ ਹੀ ਹੈ ਉੱਚੇ ਥਾਂ ਤੇ ਬਹਿਣਾ। ਉਹ ਵੱਡੇ ਜੋ ਹੋਏ ਤੇ ਵੈਸੇ ਵੀ ਇਹ ਸਾਡੇ ਭਰਾ ਹਨ, ਗੁਰ ਭਾਈ ਹਨ। ਤੇ ਅਸੀਂ ਜਿਹੜੇ ਛੋਟੇ ਆ ਤੇ ਛੋਟਿਆਂ ਨੂੰ ਨੀਵਾਂ ਹੀ ਬੈਠਣਾ ਬਣਦਾ ਹੈ। ਅਸੀਂ ਇਹਨਾਂ ਦੇ ਸੇਵਕ ਹੀ ਆ, ਮਾਨੋ ਤੇ ਸੇਵਕੋਂ ਸੇਵਾ ਬਣਾਈ। ਸਾਨੂੰ ਤੇ ਸੇਵਕ ਆ ਹੀ ਨੀਚੇ ਬਹਿਣਾ, ਥੱਲੇ ਬੈਠਣਾ ਬਣਦਾ ਹੈ। ਸੁਣ ਕਰਕੇ ਗੁਰੂ ਮਹਾਰਾਜ ਬਚਨ ਹੁਣ ਕੀ ਕਹਿਣਾ ਸੀ, ਅੱਗੋਂ ਚੁੱਪੀ ਹੋ ਰਹੇ ਹੈ ਭਾਈ ਬਿਧੀ ਚੰਦ ਹੋਣੀ। ਪਰ ਅੰਦਰ ਪੂਰਾ ਗੁੱਸਾ ਹੈ, ਅੰਦਰ ਪੂਰਾ ਜਿਹੜੀ ਹੈ ਅਗਨੀ ਹੈ, ਪ੍ਰਜੁਲਤ ਹੈ, ਗੁੱਸੇ ਵਾਲੀ, ਕ੍ਰੋਧ ਵਾਲੀ, ਕਿ ਮਹਾਰਾਜ ਬੇਅਦਬੀ ਕਰਦਾ ਹੈ। ਇਸ ਕਰਕੇ ਭਾਈ ਬਿਧੀ ਚੰਦ ਦੇ ਬੇਅਦਬੀ ਮਹਾਰਾਜ ਦੇ ਕੇ ਨਾ ਤੇ ਸਹਿ ਨਹੀਂ ਰਹੇ ਹੈ।
ਇਧਰ ਮਿਹਰਬਾਨ ਪੂਰਾ ਹੰਕਾਰ ਵਿੱਚ ਪਹਿਲਾਂ ਦੇ ਮੁਖ ਇਧਰ ਕੀਤਾ, ਜਦੋਂ ਪਤਾ ਵੀ ਛੇਵੇਂ ਪਾਤਸ਼ਾਹ ਕੇ ਮੁਖ ਦੂਸਰੇ ਪਾਸੇ ਘੁਮਾ ਲਿਆ ਹੈ। ਆਪ ਵੀ ਪੂਰੇ ਗੁਰੂ ਬਣ ਕੇ ਬੈਠੇ ਆ। ਕਿੰਨਾ ਚਿਰ ਦੇ ਕਹਿੰਦੇ ਜਦੋਂ ਬੋਲਿਆ ਹੀ ਨਹੀਂ ਮਿਹਰਬਾਨ, ਤਦੋਂ ਗੁਰੂ ਮਹਾਰਾਜ ਜੀ ਨੇ ਬੜੇ ਕੋਮਲ, ਬੜੇ ਮਿਠਾਸ ਭਰੇ, ਬੜੇ ਪ੍ਰੇਮ ਨਾਲ ਬਚਨ ਕਹੇ ਐ। ਇਹ ਗੁਰ ਭਾਈ, ਹੈ ਵੱਡੇ ਸਾਡੇ ਮਿਹਰਬਾਨ ਭਰਾ, ਕਹਿੰਦੇ ਐਵੇਂ ਗੁੱਸਾ ਨਾ ਕਰੋ, ਆਪਣਾ ਮੁਖ ਜਿਹੜਾ ਸਾਡੇ ਵੱਲ ਕਰੋ ਤੇ ਆਪਣਾ ਗੁੱਸਾ ਛੱਡੋ, ਸਾਰੀਆਂ ਗੱਲਾਂ ਛੱਡੋ ਤੇ ਜਿਹੜੇ ਸੁੱਖ ਦੇਣ ਵਾਲੇ ਬਚਨ ਹੈ ਉਹ ਸਾਡੀ ਤਰਫ ਵੇਖ ਕੇ ਆਪ ਜੀ ਕਰੋ। ਕਿਉਂ ਐਵੇਂ ਤੁਸੀਂ ਜਿਹੜੀਆਂ ਪੁਕਾਰਾਂ ਹੈ ਉਹ ਤੁਰਕਾਂ ਪਾਸ ਕਰਦੇ ਫਿਰਦੇ ਹੋ? ਕਿਉਂਕਿ ਬਾਬਾ ਮਿਹਰਬਾਨ ਜੀ ਇੱਥੇ ਲਾਹੌਰ ਵਿੱਚ ਹੀ ਰਹਿ ਰਹੇ ਸੀ ਤੇ ਕਹਿੰਦੇ ਮੇਰੀ ਜਹਾਂਗੀਰ ਨਾ ਬੜੀ ਬਣੀ ਹੈ, ਮੇਰੀ ਸ਼ਾਹਜਹਾਂ ਨਾ ਬੜੀ ਬੜੀ ਹੈ, ਇਸ ਕਰਕੇ ਮੈਂ ਇਦਾਂ ਕਰਦਾ ਕਿ ਉਦਾਂ ਕਰ ਦਾਂਗਾ ਤੇ ਗੁਰਿਆਈ ਲੈ ਕੇ ਹੀ ਛੱਡਾਂਗਾ। ਤਾਂ ਮਹਾਰਾਜ ਕਹਿੰਦੇ ਵੀ ਤੁਸੀਂ ਕਿਉਂ ਐਵੇਂ ਤੁਰਕਾਂ ਪਾਸ ਜਿਹੜੀਆਂ ਹੈ ਨਾ ਉਹ ਬੇਨਤੀਆਂ ਕਰਦੇ, ਪੁਕਾਰਾਂ ਕਰਦੇ ਫਿਰਦੇ ਹੋ? ਤੁਸੀਂ ਸਾਡੇ ਨਾਲ ਆ ਜਾਓ, ਅੰਮ੍ਰਿਤਸਰ ਸਾਹਿਬ ਵਿੱਚ ਵਸੋ, ਐ ਇਸ਼ਤਤ ਹੋ ਕੇ ਟਿਕੇ ਰਹੋ ਉੱਥੇ ਅੰਮ੍ਰਿਤਸਾਰੀ। ਜੋ ਵੀ ਸਾਡੇ ਕੋ ਮਹਿਲਾਂ ਵਿੱਚ ਧਨ ਹੈ, ਪਦਾਰਥ ਹੈ, ਜੋ ਤੁਹਾਡੇ ਹਿੱਸਿਆਂ ਦੀ ਜ਼ਮੀਨ ਹੈ, ਆਪ ਜੀ ਇੱਕ ਵਾਰ ਕਹਿ ਦਿਓ, ਅਸੀਂ ਤੁਹਾਨੂੰ ਸਾਰੀ ਦੀ ਸਾਰੀ ਆਪਣੇ ਆਪ ਹੀ ਦੇ ਦੇਵਾਂਗੇ। ਗੁਰੂ ਮਹਾਰਾਜ ਦਾ ਕਿਹੜਾ ਪ੍ਰੇਮ ਹੈ ਜ਼ਮੀਨ ਦੇ ਨਾਲ, ਧਨ ਨਾਲ। ਤਾਂ ਮਹਾਰਾਜ ਕਹਿੰਦੇ ਤੁਹਾਨੂੰ ਜੋ ਵੀ ਚਾਹੀਦਾ ਤੁਸੀਂ ਸਾਨੂੰ ਇੱਕ ਵਾਰ ਕਹੋ, ਅਸੀਂ ਤੁਹਾਨੂੰ ਘਰ ਤੋਂ ਲੈ ਕੇ ਧਨ, ਪਦਾਰਥ, ਧਰਤੀ ਸਭ ਕੁਝ ਹੀ ਦੇ ਦੇਵਾਂਗੇ। ਕਿਉਂ ਐਵੇਂ ਮੁਸਲਮਾਨਾਂ ਮੁਸਲਿਆਂ ਦੇ ਅੱਗੇ ਤੁਸੀਂ ਜਿਹੜੇ ਦੀਨ ਨਿਮਾਣੇ ਬਣਦੇ, ਲੇਲੜੀਆਂ ਕੱਢਦੇ ਹੋ? ਜਦੋਂ ਤੁਸੀਂ ਉਹਨਾਂ ਪਾਸ ਜਾ ਕੇ ਪੁਕਾਰਾਂ ਕਰਦੇ ਹੋ, ਇਹਦੇ ਵਿੱਚ ਇਹ ਥੋੜਾ ਕਿ ਤੁਹਾਡੀ ਜਿਹੜੀ ਨਿਲਾਮੀ ਹੁੰਦੀ, ਤੁਹਾਡੀ ਲੱਜਾ ਨੂੰ ਜਿਹੜੀ ਹੈ ਤੁਹਾਨੂੰ ਲੱਜਾ ਹੈ, ਇਹਦੇ ਨਾਲ ਸਾਨੂੰ ਵੀ ਲੱਜਾ ਹੈ। ਜਦੋਂ ਤੁਸੀਂ ਉਹਨਾਂ ਪਾਸ ਜਾ ਕੇ ਕਹਿੰਦੇ ਹੋ ਵੀ ਇਦਾਂ ਮੇਰੇ ਨਾਲ ਹੋ ਰਿਹਾ, ਧੱਕਾ ਹੋ ਰਿਹਾ ਹੈ, ਤੇ ਗੁਰੂ ਮਹਾਰਾਜ ਕਹਿੰਦੇ ਤੁਹਾਨੂੰ, ਤੁਹਾਡੀ ਸਾਡੀ ਇੱਕ ਹੀ ਲੱਜਾ ਹੈ, ਤੇ ਆਪਾਂ ਕਾਹਨੂੰ ਨਾ ਕੋਈ ਜਿਹੜਾ ਹੈ ਜਾ ਕੇ ਤਰਲੇ ਕਰਨੇ ਹੈ। ਗੁਰੂ ਪਦਾਰਥ ਸਗਰੇ ਦੀਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਾਨੂੰ ਪਦਾਰਥ ਦਿੱਤੇ ਹੋਏ ਆ। ਕਿਉਂ ਨਹੀਂ ਤੁਸੀਂ ਜਿਹੜੇ ਹੈ ਉਹਨਾਂ ਸਾਡੇ ਨਾਲ ਮਿਲਦੇ? ਕਿਉਂ ਨਹੀਂ ਉਹਨਾਂ ਪਦਾਰਥਾਂ ਨੂੰ ਸੁੱਖ ਨਾਲ ਜਿਹੜੇ ਭੁਗਤਦੇ ਹੋ? ਕਿਉਂ ਨਹੀਂ ਉਹਨਾਂ ਪਦਾਰਥਾਂ ਦਾ ਸੁੱਖ ਮਾਣਦੇ ਹੋ? ਜਦੋਂ ਤੁਸੀਂ ਉਹਨਾਂ ਪਾਸ ਜਾਂਦੇ ਹੋ, ਇੱਕ ਤੇ ਜਿਹੜਾ ਅਪਜਸ ਸੰਸਾਰ ਦੇ ਵਿੱਚ ਹੁੰਦਾ ਹੈ, ਉਹ ਤੁਰਕੜੇ ਵੀ ਇਹ ਕਹਿੰਦੇ ਆ ਵੀ ਵੇਖੋ ਆ ਗੁਰੂ ਘਰ ਦੇ ਹੈ, ਗੁਰੂ ਗਿਆਨ ਸਭਾ ਦੇ ਸਾਡੇ ਕੋਲ ਆ ਕੇ ਜਿਹੜੇ ਕਹਿੰਦੇ ਫਿਰਦੇ ਵੀ ਸਾਨੂੰ ਗੱਦੀ ਦਿਓ। ਤੇ ਇਹ ਤੇ ਉਹ ਗੱਲ ਹੈ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਬਚਨ ਲਿਖਦੇ ਆ, ਜੇ ਘਰ ਹੁੰਦੇ ਮੰਗਣ ਜਾਈਏ ਮਿਲੇ ਲਾਮਾ ਫੇਰ ਸਹੀ। ਵੀ ਜੇ ਘਰ ਵਿੱਚ ਦਾਤ ਹੋਵੇ, ਘਰ ਵਿੱਚ ਸਾਰੀ ਚੀਜ਼ ਪਈ ਹੋਵੇ, ਬੰਦਾ ਬਾਹਰੋਂ ਮੰਗਦਾ ਫਿਰੇ ਤੇ ਮਹਾਰਾਜ ਕਹਿੰਦੇ ਲਾਮਾ ਹੀ ਮਿਲਦਾ ਹੈ। ਕਿਉਂਕਿ ਫਿਰ ਜਿਹਦੇ ਕੋਲੋਂ ਲੈਣ ਜਾਣਾ ਉਹਨੇ ਵੀ ਇਹੀ ਕਹਿਣਾ ਵੀ ਵੇਖੋ ਇਹਨਾਂ ਘਰ ਸਭ ਕੁਝ ਹੈਗਾ, ਪਤਾ ਨਹੀਂ ਕਿਉਂ ਇਹਨਾਂ ਨੂੰ ਮੰਗਣ ਦੀ ਆਦਤ ਪਈ ਹੈ। ਮਹਾਰਾਜ ਕਹਿੰਦੇ ਕਦੇ ਜਾਣਦੇ ਹੋ ਤੇ ਤੁਸੀਂ ਆਪ ਜਸ ਪਾਉਂਦੇ ਹੋ, ਫਿਰ ਦੂਜਾ ਤੁਸੀਂ ਸਾਡੇ ਨਾਲ ਵੈਰ ਵਧਾਉਂਦੇ ਹੋ। ਅਜਾਈ ਫਜ਼ੂਲ ਹੀ ਮੇਰੇ ਭਰਾ ਮਿਹਰਬਾਨ ਜੀ, ਤੁਸੀਂ ਕੋਈ ਸੋਚੋ ਨਾ, ਜੇ ਤੁਸੀਂ ਵੈਰ ਕਮਾਉਂਦੇ ਹੋ ਤੇ ਤੁਹਾਡੇ ਹੱਥ ਕੁਝ ਅੱਜ ਤੱਕ ਆਇਆ ਹੈ? ਹੁਣ ਤੱਕ ਕੁਝ ਹੱਥ ਨਹੀਂ ਆਇਆ ਤੁਹਾਡੇ। ਇਹ ਅਸੀਂ ਤੁਹਾਨੂੰ ਕੀ ਕਹਿਣਾ, ਤੁਸੀਂ ਆਪਣੇ ਪਿਤਾ ਦੇ ਵਿਚਾਰ ਕਰ ਲਓ। ਤੁਹਾਡੇ ਪਿਤਾ ਬਾਬਾ ਪ੍ਰਿਥੀ ਚੰਦ ਜੀ ਗੁਸਾਨ, ਉਹ ਕੀ ਨਹੀਂ ਕਰਦੇ ਰਹੇ, ਕਿੰਨੀ ਈਰਖਾ ਕਰਦੇ ਰਹੇ ਹੈ। ਇਹ ਵਸਤੂਆਂ ਪਾਉਣ ਵਾਸਤੇ ਕਿੱਥੋਂ ਤੱਕ ਨਹੀਂ ਦਿੱਲੀ ਤੱਕ ਚੱਕਰ ਮਾਰੇ ਹੈ, ਤੇ ਉਹਨਾਂ ਨੇ ਵੇਖੋ ਕੀ ਲਿਆ ਹੈ, ਕੁਝ ਲਿਆ ਹੈ, ਸਗੋਂ ਅਪਮਾਨ ਹੀ ਪਾਇਆ ਹੈ। ਅਖੀਰੀ ਸਰੀਰ ਛੱਡ ਕੇ ਵੀ ਚਲੇ ਗਏ, ਕੁਝ ਮਿਲਿਆ ਨਹੀਂ ਹੈ। ਜਿਵੇਂ ਤੁਹਾਡਾ ਸਮਾਂ ਬੀਤ ਗਿਆ ਹੈ, ਬੀਤ ਰਿਹਾ, ਇਸੇ ਤਰ੍ਹਾਂ ਜਿਹੜਾ ਕਿੰਨਾ ਹੀ ਸਮਾਂ ਐਵੇਂ ਅਜਾਈ ਫਾਲਤੂ ਵਿੱਚ ਬੀਤ ਗਿਆ, ਕਿੰਨਾ ਸਮਾਂ ਐਵੇਂ ਲੰਘ ਗਿਆ ਹੈ। ਸਗੋਂ ਉਲਟਾ ਬਹੁਤਾ ਜਿਹੜਾ ਵੱਡਾ ਵੈਰੀ ਵਧਾਉਂਦੇ ਰਹੇ ਹੋ। ਬਾਬਾ ਮਿਹਰਬਾਨ ਜੀ, ਇਹਦੇ ਵਿੱਚ ਕੋਈ ਗੁਣ ਨਹੀਂ ਹੈ, ਸਗੋਂ ਇਹਦੇ ਵਿੱਚ ਅਨੇਕਾਂ ਔਗਣ ਹੀ ਔਗਣ ਹਨ। ਸਾਰੇ ਪਾਸੇ ਭੰਡੀ ਪ੍ਰਚਾਰ ਹੀ ਹੁੰਦਾ ਹੈ। ਆਪਣੇ ਹਿਰਦੇ ਵਿੱਚ ਤੁਸੀਂ ਵਿਚਾਰ ਕਰਕੇ ਦੇਖੋ ਕਿ ਇਹਦੇ ਵਿੱਚ ਕੋਈ ਗੁਣ ਨਹੀਂ ਹੈ। ਜਦੋਂ ਆਪਾਂ ਘਰ ਵਿੱਚ ਲੜਾਂਗੇ ਤੇ ਬਾਹਰ ਜਾ ਕੇ ਕੋਈ ਵਡਿਆਈ ਨਹੀਂ ਹੋਣ ਵਾਲੀ ਹੈ।
ਪਰ ਕਿੱਥੇ ਸਾਧ ਸੰਗਤ ਜੀ ਸਮਝਦੇ ਐ। ਮਹਾਰਾਜ ਲਿਖਦੇ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁਖ ਲਾਇਆ ਨਾਰ ਲੈ ਪਿਆ ਕਿਰਤ ਫਿਰਾਹੀ। ਇਹ ਮਨਮੁਖਤਾਈ ਹੈ ਨਾ ਵੀ ਹਜੇ ਮਨ ਨਹੀਂ ਨਾ ਮੰਨਦਾ। ਜੇ ਮਨ ਮੰਨਦਾ ਹੋਵੇ ਤੇ ਗੁਰੂ ਦਾ ਬਚਨ ਭਾਜੇ। ਜਿਸ ਕਰਕੇ ਕਹਿੰਦੇ ਸੁਣ ਕੇ ਬਾਬਾ ਮਿਹਰਬਾਨ ਫਿਰ ਬੋਲਿਆ ਗੜਕ ਕੇ, ਅਮਰੋ ਤੁਮਰੋ ਕਿਉ ਹੋ ਨ ਮੇਲਾ। ਕਹਿੰਦਾ ਮਹਾਰਾਜ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਮੈਂ ਤਾਂ ਤੁਹਾਨੂੰ ਸਿੱਧਾ ਹੀ ਕਹਿਣਾ ਹਾਂ, ਕਿਵੇਂ ਕਰਕੇ ਵੀ ਤੁਹਾਡਾ ਸਾਡਾ ਤੇ ਮੇਲ ਮਿਲਾਪ ਹੋ ਹੀ ਨਹੀਂ ਸਕਦਾ। ਤੁਮ ਕੀ ਸਾਚ ਕਹਿਤ ਹੋ ਤਾਵਤ। ਤੁਹਾਨੂੰ ਵੀ ਮੈਂ ਕਹਿੰਦਾ ਜਾਣਦਾ ਚੰਗੀ ਤਰ੍ਹਾਂ, ਤੁਸੀਂ ਵੀ ਤਦੋਂ ਤੱਕ ਹੀ ਇਹ ਜਿਹੜੇ ਬਚਨ ਨਾ ਸੱਚੇ ਆਪਣੇ ਬਣ ਕੇ ਕਹਿੰਦੇ ਹੋ। ਹੋਏ ਨ ਆਂਚ ਲੱਗੀ ਉਰ ਜਾਵਤ। ਜਿੰਨਾ ਚਿਰ ਤੁਹਾਡੇ ਹਿਰਦੇ ਨੂੰ ਕੋਈ ਆਜ ਦੁੱਖ ਨਹੀਂ ਨਾ ਲੱਗਦਾ, ਜਦੋਂ ਤੁਹਾਨੂੰ ਕੋਈ ਮਲਵਾ ਜਿੱਦਾਂ ਮੇਰੇ ਅੰਦਰ ਦੁੱਖ ਹੈ ਤੁਹਾਡੇ ਵਰਤਾਏ, ਜਿੰਨਾ ਚਿਰ ਤੁਹਾਨੂੰ ਕੋਈ ਦੁੱਖ ਨਹੀਂ ਲੱਗਦਾ ਉਹਨਾਂ ਚਿਰ ਤੁਸੀਂ ਇਹੋ ਜਿਹੇ ਸੱਚੇ ਸੱਚੇ ਬਚਨ ਕਹਿੰਦੇ ਮਿੱਠੇ। ਸੁਖ ਮਹਿ ਸੁਭਤ ਹੋ ਚਿੰਤ ਨ ਕਾਈ। ਤੁਹਾਨੂੰ ਯਾਦ ਹੈ ਕਦੋਂ ਤੁਸੀਂ ਸੁੱਖ ਵਿੱਚ ਸੌਂਦੇ ਹੋ, ਸੁੱਖ ਦੀ ਨੀਂਦੇ ਸੌਂਦੇ ਹੋ ਤੇ ਕੋਈ ਚਿੰਤਾ ਨਹੀਂ ਸੀ। ਨਹੀਂ ਪਿਤਾ ਤੇ ਕਛ ਬਨਿ ਆਈ। ਤੇ ਮੇਰੇ ਪਿਤਾ ਨੇ ਯਤਨ ਕਰਨ ਵਿੱਚ ਕੋਈ ਕਸਰ ਨਾ ਛੱਡੀ। ਬਾਬਾ ਪ੍ਰਿਥੀ ਚੰਦ ਨੇ ਤੇ ਕਹਿੰਦੇ ਉਹਦੇ ਮੇਰੇ ਪਿਤਾ ਕੋਈ ਕੁਛ ਜਿਹੜੀ ਗੱਲ ਨਾ ਬਣ ਆਈ। ਮੈਂ ਭੇਜਿਓ ਤੂਜ ਪ੍ਰਭ ਜਬ ਅੰਤ। ਪਰ ਮੈਨੂੰ ਇੱਕ ਭਜਨ ਅੱਜ ਵੀ ਆਪਣੇ ਪਿਤਾ ਦਾ ਯਾਦ ਹੈ। ਜਦੋਂ ਉਹਨਾਂ ਦਾ ਅੰਤ ਵੇਲਾ ਸਮਾਂ ਸੀ, ਉਹਨਾਂ ਸਰੀਰ ਛੱਡਣਾ ਸੀ, ਕਹਿੰਦੇ ਉਦੋਂ ਮੈਨੂੰ ਕਹਿ ਕੇ ਭੇਜਿਆ ਸੀ ਉਹਨਾਂ ਨੇ ਇਹ ਸੁਤ ਜਨ ਹੋ ਸਗਲ ਬਰਤੰਤ। ਕਿ ਹੇ ਪੁੱਤਰ ਮਿਹਰਬਾਨ, ਮੈਂ ਤੈਨੂੰ ਇੱਕ ਗੱਲ ਦੱਸਦਾ, ਇਹ ਸਾਰਾ ਹੀ ਪ੍ਰਸੰਗ ਤੂੰ ਜਾਣ ਲਾ, ਸਮਝ ਲੈ। ਜੋ ਕਰ ਪਲਟਾ ਲਿਓ ਮੇਰੋ। ਦੇਖ ਪੁੱਤਰ ਮੈਂ ਤੇ ਮਾਰੀ ਜਾਣਾ ਇੱਕ ਦਿਨ, ਤੈਨੂੰ ਜੀਂਦਿਆਂ ਦੀ ਇਹ ਗੱਲ ਕਹਿ ਕੇ ਚੱਲਿਆ ਵਾਂ ਤੇ ਜਿਵੇਂ ਕਿਵੇਂ ਵੀ ਕਰਕੇ ਤੂੰ ਗੁਰੂ ਹਰਗੋਬਿੰਦ ਸਾਹਿਬ ਕੋ ਮੇਰਾ ਬਦਲਾ ਲੈਣਾ ਇਹਨਾਂ ਦੋਨਾਂ ਪਿਓ ਪੁੱਤਰਾਂ ਕੋ। ਸਭ ਜਗ ਗੁਰਤਾ ਆਪਣੀ ਹੀਰੋ। ਤੇ ਆਪਣੀ ਤੂੰ ਸਾਰੀ ਜਗ੍ਹਾ ਦੇ ਗੁਰਤਾ ਵੇਖ ਲਾ। ਮਿਹਰਬਾਨ ਤੂੰ ਘੱਟ ਨਹੀਂ ਕਿਸੇ ਤੋਂ, ਤੇਰੀ ਸਾਰੇ ਪਾਸੇ ਗੁਰਤਾ ਹੋਏਗੀ। ਸੂਤ ਬਿਤ ਕੋ ਕਹਿ ਕੈਦ ਕਰਾਵੈ। ਇਸ ਤਰ੍ਹਾਂ ਇਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਨਾ ਤੂੰ ਤਗੜਿਆਂ ਹੋ ਗਿਆ ਯੁੱਧ ਕਰਨਾ ਇਹਨਾਂ ਨਾਲ ਤੇ ਸ਼ਾਹਜਹਾਨ ਦੇ ਨਾਲ ਜਹਾਂਗੀਰ ਬਣਾ ਕੇ ਕੈਦ ਕਰਵਾਏ ਪਾਏ ਤੇ ਪ੍ਰਾਣ ਗਵਾਵੈ। ਤੇ ਜਾਂ ਫਿਰ ਇਹੋ ਜਿਹਾ ਉਪਾਏ ਯਤਨ ਕਰਨਾ ਵੀ ਜਿਸ ਕਰਕੇ ਦੋਨੋਂ ਪਿਓ ਪੁੱਤਰ ਇਹੋ ਜਿਹੇ ਪਰੇਸ਼ਾਨ ਹੋ ਜਾਣ ਕਿ ਆਪਣੇ ਪ੍ਰਾਣ ਹੀ ਗਵਾ ਦੇਣ। ਪਤਾਮੇ ਕੀ ਇਹ ਸਾਰੀ। ਆਪਣੇ ਦਾਦੇ ਗੁਰੂ ਗੁਰੂ ਰਾਮਦਾਸ ਜੀ ਦੀ ਜਿਹੜੀ ਵਸਤੂ ਨਾ ਗੁਰਤਾ, ਇਹ ਕਹਿੰਦਾ ਇਹ ਪੂਰੀ ਦੀ ਪੂਰੀ ਸਾਰੀ ਦੀ ਸਾਰੀ ਲੈਣੀ ਹੈ। ਭਾਵ ਜਿੰਨਾ ਇਹ ਧਨ ਪਦਾਰਥ ਹੈ ਇੱਕ ਇੱਕ ਪਾਈ ਦਾ ਹਿਸਾਬ ਲੈ ਕੇ ਪੂਰਾ ਲੈਣਾ ਹੈ। ਸੋਸ ਪੁੱਤਰ ਹੋਵੇ ਸੁਖਕਾਰੀ। ਤੇ ਮੈਨੂੰ ਉਹਨਾਂ ਨੇ ਕਿਹਾ ਸੀ ਪੁੱਤਰ ਮਿਹਰਬਾਨ ਤਾਂ ਤੂੰ ਮੇਰਾ ਸੁਪੁੱਤਰ ਹੋਵੇਗਾ ਸੁਖ ਕਰਨ ਵਾਲਾ। ਜੇ ਇਹਦੇ ਬਚਨ ਨਿਭਾਏਗਾ, ਜੇ ਤੂੰ ਇਹ ਬਚਨਾਂ ਤੋਂ ਬਾਅਦ ਜਾਏਗਾ ਫਿਰ ਨਹੀਂ ਤੂੰ ਸੁਪੁੱਤਰ ਹੈਗਾ, ਫਿਰ ਤੇ ਕਪੁੱਤਰ ਹੀ ਹੈ। ਕਹਿੰਦੇ ਜੇ ਇਹ ਕੱਜ ਕਰ ਦੇਗਾ ਤੇ ਫਿਰ ਤੂੰ ਸੁਖ ਦੇਣ ਵਾਲਾ ਸੁਪੁੱਤਰ ਹੋਵੇਗਾ ਮੇਰਾ। ਨਾਮ ਜਾਣ ਲੋ ਮਿਲੋ ਨਾ ਜਬ ਕਬੈ। ਤੇ ਮੈਨੂੰ ਉਹਨਾਂ ਕਿਹਾ ਸੀ ਜਦੋਂ ਤੱਕ ਤੇਰੇ ਪ੍ਰਾਣ ਨਹੀਂ ਨਿਕਲ ਜਾਂਦੇ ਮਿਹਰਬਾਨ ਕਦੀ ਭੁੱਲ ਕੇ ਵੀ ਇਹਨਾਂ ਨੂੰ ਮਿਲਣਾ ਹੀ ਨਹੀਂ ਹੈ, ਜੋ ਮਰਜ਼ੀ ਹੋ ਜਾਵੇ। ਉਪਦੇਸ਼ ਤਰੋਬੈ ਸਭੈ। ਇਹ ਜਿਹੜਾ ਉਪਦੇਸ਼ ਮੇਰਾ, ਵੇਖੋ ਉਪਦੇਸ਼ ਵੀ ਕੈਸਾ ਹੈ। ਕਹਿੰਦੇ ਜਿਹੜਾ ਮੇਰਾ ਉਪਦੇਸ਼ ਹੈ ਨਾ ਇਹ ਸਾਰੀ ਉਮਰ ਤੁਸੀਂ ਧਾਰਨ ਕਰ ਰੱਖਣਾ, ਐ ਤਗੜਿਆ ਹੋ ਕੇ ਰਹਿਣਾ, ਬਚਨਾਂ ਦੇ ਪੈਰਾ ਦੇਣਾ ਆਪਣੇ ਬਾਪ ਦੇ। ਇਹ ਅਬ ਮੈਂ ਲਾਗਿਓ ਰਚਨੋ ਉਪਾਏ। ਕਹਿੰਦਾ ਹੁਣ ਮੈਂ ਪਿਤਾ ਦੇ ਬਚਨ ਦੇ ਫੁੱਲ ਚੜਾਉਣ ਲੱਗਾ ਹਾਂ। ਹੁਣ ਤੁਹਾਨੂੰ ਪਤਾ ਨਹੀਂ ਹੈ ਕਿ ਮੈਂ ਕੋਈ ਨਾ ਕੋਈ ਜਿਹੜਾ ਬੜਾ ਤਗੜਾ ਯਤਨ ਹੀ ਕਰਨ ਲੱਗਾ, ਰਚਨ ਲੱਗਾ ਉਪਾਏ ਯਤਨ। ਮੈਂ ਸਦਾ ਤੇ ਨਿਤ ਸਾਏ। ਤੇ ਤਗੜਿਆ ਹੋ ਕੇ ਤੁਹਾਨੂੰ ਅੰਮ੍ਰਿਤ ਸਾਧ ਤੋਂ ਮੈਂ ਕਢਵਾ ਕੇ ਰੱਖ ਦਿਆਂਗਾ ਮਿਹਰਬਾਨ। ਪਰੋ ਕੈਦ ਕੈ ਜਾਓ ਭਲਾਈ। ਇਹ ਚੁੱਪ ਕਰਕੇ ਜਾਂ ਕਿਤੇ ਕੈਦ ਵਿੱਚ ਪੈ ਜਾਓ ਆਪਣੇ ਆਪ ਹੀ, ਜਾਂ ਕਿਤੇ ਭੱਜ ਨੱਠ ਜਾਓ ਅੰਮ੍ਰਿਤਸਰ ਛੱਡ ਕੇ। ਆਪ ਸੁਪੁੱਤਰਤਾ ਤੁਮ ਮੁਝ ਬਣੇ ਆਈ। ਕਹਿੰਦਾ ਜਦੋਂ ਤੁਸੀਂ ਭੱਜ ਜਾਓਗੇ ਜਾਂ ਕੈਦ ਹੋ ਜਾਓਗੇ ਤਦੋਂ ਮੈਨੂੰ ਸੁਪੁੱਤਰਤਾ ਜਿਹੜੀ ਹੈ ਗੱਦੀ ਬਣਾਉਣੀ ਹੈ। ਫੇਰ ਹੀ ਮੈਂ ਪਤਾ ਲੱਗਣਾ ਵੀ ਮਿਹਰਬਾਨ ਵਾਕਿਆ ਪ੍ਰਿਥੀ ਚੰਦ ਦਾ ਸੁਪੁੱਤਰ ਹੈ। ਮਹਾਪੁਰਖ ਪੂਰਨ ਪਿਤ ਮੇਰੋ। ਇਸ ਤਰ੍ਹਾਂ ਕਹਿੰਦਾ ਡਟ ਕੇ ਕਹਿੰਦਾ ਤੁਹਾਨੂੰ ਪਤਾ ਹੈ ਕਿ ਮੇਰੇ ਜਿਹੜੇ ਪਿਤਾ ਸਨ ਉਹਦੇ ਮਹਾਪੁਰਖ ਸਨ, ਅਕਾਲ ਪੁਰਖ ਦਾ ਰੂਪ ਹੀ ਸੀ। ਇਹ ਬਾਕ ਹੋਏ ਸਾਚ ਬਲੇਰੋ। ਉਹ ਜੋ ਹੀ ਬਚਨ ਕਹਿੰਦੇ ਪੂਰਾ ਸੱਚਾ ਹੀ ਹੁੰਦਾ ਸੀ। ਜੋ ਗੱਲ ਮੂੰਹੋਂ ਕਹਿੰਦੇ ਐ ਬਿਲਕੁਲ 16 ਆਨੇ ਸੱਚੀ ਕਰਦੇ ਸਨ ਮੇਰੇ ਪਿਤਾ ਪ੍ਰਿਥੀ ਚੰਦ। ਅੰਤ ਸਮੇਂ ਮੈਂ ਜਦਾ ਉਚਾਰਾ। ਕਹਿੰਦਾ ਅੰਤ ਵੇਲੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਬਚਨ ਕਿਹਾ ਹੈ ਨਾ ਸੁਣ ਲਓ ਤੁਸੀਂ। ਸੋ ਸ਼ੁਭ ਮੈਂ ਲਖ ਅੰਗੀਕਾਰਾ। ਕਹਿੰਦਾ ਉਹ ਤੇ ਮੈਂ ਚੰਗੀ ਤਰ੍ਹਾਂ ਧਾਰਨ ਕਰਕੇ ਜਾਣ ਕੇ ਵੀ ਮੇਰੇ ਪਿਤਾ ਬੜੇ ਸੱਚੇ ਸੁੱਚੇ ਬਚਨ ਕਰਦੇ ਮੈਂ ਅੰਗੀਕਾਰ ਕੀਤੇ ਆ, ਯਾਦ ਰੱਖੇ ਹਨ। ਪੁੱਤਰ ਤੁਮ ਲਾਜ ਨ ਧਰਿਓ।
ਫਿਰ ਮਹਾਰਾਜ ਨੂੰ ਡਟ ਕੇ ਕਹਿਣ ਲੱਗਾ, ਕਹਿੰਦਾ ਉਹ ਮਹਾਰਾਜ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਪਿਤਾ ਆਓ, ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਤੇ ਤੁਸੀਂ ਹਰਗੋਬਿੰਦ ਸਾਹਿਬ ਜੀ, ਕਹਿੰਦਾ ਤੁਸੀਂ ਕੋਈ ਲੱਜਾ ਨਹੀਂ ਕਰਦੇ, ਤੁਸੀਂ ਸ਼ਰਮ ਧਾਰਨ ਕਰਦੇ ਨਹੀਂ ਹੋ ਦੋਨੋਂ। ਮੇਲ ਕਰਨ ਬਹੁ ਬਾਰ ਉਚਰੇ ਹੋ। ਆ ਕਿੰਨੀ ਵਾਰ ਤੁਹਾਡੇ ਪਿਤਾ ਵੀ ਜਿਹੜੇ ਕਹਿੰਦੇ ਰਹੇ ਐ, ਉਹ ਵੀ ਕਹਿੰਦੇ ਰਹੇ ਸਾਡੇ ਨਾਲ ਮੇਲ ਕਰ ਲਓ, ਹੁਣ ਤੁਸੀਂ ਵੀ ਜਿਹੜਾ ਮੇਲ ਕਰ ਲਈ ਬਾਰ-ਬਾਰ ਜਿਹੜਾ ਉਹ ਕਹਿੰਦੇ ਹੋ। ਕੋਈ ਪਤਾਨੇ ਕੀ ਸਭ ਛੀਨ। ਤੁਸੀਂ ਇੰਨੇ ਸਿਆਣੇ ਹੋ ਕਿ ਜਿਹੜੀ ਹੈ ਸਾਡੇ ਦਾਦਾ ਜੀ ਦੀ ਜਿਹੜੀ ਨਗਰੀ ਸੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹ ਸਾਰੀ ਤੁਸੀਂ ਛੀਨ ਕੇ ਖੋਹ ਕੇ ਸਾਡੇ ਤੋਂ ਲਗੇ ਕਹਾਵਨ ਗੁਰੂ ਪ੍ਰਵੀਨ। ਤੇ ਆਪਣੇ ਵਿੱਚ ਬੜੇ ਚਤਰ ਸਿਆਣੇ ਗੁਰੂ ਕਹਾਉਣ ਲੱਗੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸਭ ਤੋਂ ਮਹਾਨ ਹਨ। ਕਿਰਪਾਲ ਨਾ ਮਨ ਮਹਿ ਲਿਆਏ। ਉਹ ਤੇ ਮੇਰੇ ਪਿਤਾ ਹੀ ਕਿਰਪਾਲੂ ਸਨ, ਕਹਿੰਦੇ ਉਹ ਬੜੇ ਦਿਆਲਤਾ ਵਾਲੇ ਸਨ ਬਾਬਾ ਪ੍ਰਿਥੀ ਚੰਦ, ਜਿਨ੍ਹਾਂ ਨੇ ਮਨ 'ਚ ਵੀ ਗੱਲ ਹੀ ਨਹੀਂ ਲੈਂਦੀ। ਜਦੋਂ ਕਿ ਬਾਬਾ ਪ੍ਰਿਥੀ ਚੰਦ ਨੇ ਕੋਈ ਕਸਰ ਹੀ ਨਹੀਂ ਛੱਡੀ, ਤੇ ਕਹਿੰਦੇ ਮੇਰੇ ਪਿਤਾ ਹੀ ਕਿਰਪਾਲੂ ਸਨ, ਜਿਨ੍ਹਾਂ ਨੇ ਮਨ 'ਚ ਕੋਈ ਗੱਲ ਹੀ ਨਹੀਂ ਲੈਂਦੀ ਵੀ ਚਲੋ ਕੋਈ ਨਹੀਂ, ਜੋ ਹੋ ਗਿਆ ਸੋ ਹੋ ਗਿਆ, ਸਾਡੇ ਛੋਟੇ ਭਰਾ ਨੇ ਜੋ ਕਰਦਾ ਚੜ੍ਹਦੀ ਕਲਾ ਹੀ ਹੈ। ਨਾ ਤਾਂ ਸੁਲਹੀ ਤਿਗ ਦੇ ਤਿਗਹਾਏ। ਜੇ ਕਦੇ ਮੇਰੇ ਪਿਤਾ ਮੇਰੇ ਵਰਗੇ ਹੁੰਦੇ ਨਾ ਕੱਟੜ, ਕਹਿੰਦੇ ਤੁਹਾਨੂੰ ਸੂਲੀ ਕੋ ਜਿਹੜਾ ਫੜਾ ਦਿੰਦੇ। ਤੇ ਜਦੋਂ ਕਿ ਸੂਲੀ ਤੇ ਚੜ ਕੇ ਆਇਆ ਹੈ, ਸਲੱਬੀ ਵੀ ਚੜ ਕੇ ਆਇਆ ਹੈ, ਉਹਦੇ ਆਪਣੀ ਮੌਤੇ ਆਪੇ ਮਰੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੁਲਹੀ ਤੇ ਨਾਰਾਇਣ ਰਾਖ, ਤੇ ਸੁਲਹੀ ਤੇ ਆਪਣੀ ਮੌਤ ਆਪ ਮਰਿਆ, ਪਰ ਮਿਹਰਬਾਨ ਕਿਸੇ ਦੀ ਗੱਲਾਂ ਕਰ ਰਿਹਾ। ਕਹਿੰਦਾ ਉਹ ਤੇ ਮੇਰੇ ਪਿਤਾ ਹੀ ਕਿਰਪਾਲੂ ਸਨ, ਉਹਨਾਂ ਨੇ ਮਨ 'ਚ ਕੋਈ ਗੱਲ ਹੀ ਨਹੀਂ ਲਿਆਂਦੀ, ਨਹੀਂ ਤੁਹਾਨੂੰ ਫੜਾ ਦੇਣਾ ਸੀ ਉਹਨਾਂ ਨੇ ਸੁਲਹੀ ਕੋਲ। ਅਬ ਮੈਂ ਕਰੂੰ ਸੰਘਾਰਨ ਤੋਹੇ। ਮੈਂ ਤੇ ਤੁਹਾਨੂੰ ਸਿੱਧਾ ਹੀ ਕਹਿਣਾ ਹਾਂ, ਕਹਿੰਦਾ ਹੁਣ ਮੈਂ ਤੁਹਾਡਾ ਜਿਹੜਾ ਨਾ ਸੰਘਾਰਨ ਕਰੂੰਗਾ, ਤੁਹਾਨੂੰ ਖਤਮ ਕਰਕੇ। ਏਕੋ ਮੇਲ ਕਿਸੀ ਦਿਨ ਹੋਵੇ। ਮੈਨੂੰ ਹੁਣ ਨਾ ਤੁਸੀਂ ਮਿਲਣਾ, ਕਹਿੰਦਾ ਮੇਰਾ ਜਿਹੜਾ ਮੇਲ ਤੁਹਾਡੇ ਨਾਲ ਉਸੇ ਦਿਨ ਹੀ ਹੋਣਾ ਜਿੱਦਣ ਮੈਂ ਤੁਹਾਨੂੰ ਖਤਮ ਕਰਨਾ ਪਾਉ, ਉਹੀ ਪਹਿਲਾ ਮੇਲ ਤੇ ਉਹੀ ਆਖਰੀ ਮੇਲ ਹੋਵੇਗਾ। ਹੋਰ ਕਪਟੀ ਬਾਹਰ ਮਧੁਰਾਈ। ਮਹਾਰਾਜ ਨੂੰ ਕਹਿੰਦਾ ਤੁਹਾਡਾ ਤੁਸੀਂ ਇਦਾਂ ਦੇ ਹੋ ਕਿ ਹਿਰਦੇ ਵਿੱਚ ਜਿਹੜੇ ਕਪਟ ਰੱਖਦੇ ਹੋ, ਬਾਹਰੋਂ ਮਿੱਠੇ ਹੋ ਕਿ ਹਿਰਦੇ ਕਪਟ ਮੁੱਖ ਗਿਆਨੀ, ਤੁਸੀਂ ਇਦਾਂ ਦੇ ਹੋ ਕਿ ਜਿੱਦਾਂ ਬਾਹਰੋਂ ਬੇਰ ਮਿੱਠਾ ਹੁੰਦਾ ਤਾਂ ਗਿੱਡਕ ਬੜੀ ਸਖਤ ਹੁੰਦੀ ਹੈ। ਹਿਮ ਤੁਮ ਪਿਤਾ ਸੀਖ ਸੋ ਪਾਈ। ਕਹਿੰਦਾ ਇਹ ਜਿਹੜੀ ਤੁਹਾਡੀ ਚਤੁਰਾਈ ਹੈ ਨਾ, ਕਪਟ ਜਿਹਾ, ਇਹ ਤੁਸੀਂ ਨਹੀਂ ਸਿੱਖੇ, ਆਪਣੇ ਪਿਤਾ ਦੇ ਗਏ ਹੋ। ਇਵੇਂ ਆਪਣੇ ਪਿਤਾ ਤੋਂ ਸਿੱਖਿਆ ਪਾਈ ਇਹੋ ਜੀ ਕਪਟ ਵਾਲੀ। ਸੁਣ ਸਿੱਖਣ ਪਾਕ ਕ੍ਰੋਧ ਵਿਸਾਲਾ। ਹੁਣ ਜਦੋਂ ਇੰਨਾ ਬੋਲੀ ਜਾਵੇ ਕੌਣ ਜਰੇ ਸਾਹ ਸਮਝੀ। ਭਾਈ ਬਿਧੀ ਚੰਦ ਉਹਨਾਂ ਨੂੰ ਗੁੱਸਾ ਚੜ ਗਿਆ, ਸੁਣ ਕੇ ਬੜਾ ਗੁੱਸਾ ਕੀਤਾ ਹੈ। ਕਹਿਰ ਗੁਰਨ ਬੜ ਨਿੰਦ ਚੱਲਾ। ਕਹਿੰਦੇ ਕਹਿਰ ਹੋ ਗਿਆ ਗੁਰੂ ਮਹਾਰਾਜ ਦੀ ਤੇ ਵੱਡਿਆਂ ਗੁਰਾਂ ਦੀ ਨਿੰਦਾ ਕਰਦਾ, ਖੋਟੀ ਚਾਲ ਵਾਲਾ, ਭੈੜੀ ਚਾਲ ਵਾਲਾ, ਮਿਹਰਬਾਨ। ਜੀਠਾ ਸਿੱਖ ਪਿਰਾਣਾ ਆਦ। ਉਸ ਵੇਲੇ ਭਾਈ ਜੇਠਾ ਤੇ ਪੁਰਾਣਾ ਆਦਿਕ ਸਿੱਖ ਸਨ ਜੋ। ਭਏ ਕਰ ਬੇਤਬਾਦ। ਇਹ ਭਾਈ ਜੇਠਾ ਪੁਰਾਣਾ ਹੁਣ ਤੇ ਕਹਿੰਦੇ ਉੱਠ ਕੇ ਝਗੜਾ ਕਰ ਲਈ, ਤਿਆਰ ਹੀ ਹੋ ਗਏ ਵੀ ਹੁਣ ਜੇ ਕੋਈ ਗੱਲ ਕੀਤੀ ਤਾਂ ਆਪਾਂ ਨੂੰ ਫਾੜੀ ਲੈਣਾ ਹੈ। ਆਪੋ ਵਿੱਚ ਸਹਾਇਤਾ ਮਾਰਦੇ ਵੀ ਜੇ ਹੁਣ ਲੜ ਪਿਆ ਨਾ ਤੇ ਆਪਾਂ ਨੂੰ ਫਾੜੀ ਲੈਣਾ ਨਹੀਂ, ਛੱਡਣਾ ਨਹੀਂ ਹੈ। ਮਿਹਰਬਾਨ ਬਹੁਤ ਜ਼ਿਆਦਾ ਬੋਲ ਰਿਹਾ ਹੈ। ਜੇ ਸਤਿਗੁਰੂ ਚੁੱਪ ਹੈ ਤੇ ਕਹਿੰਦੇ ਕੋਈ ਗੱਲ ਨਹੀਂ, ਇਹਨੂੰ ਚੰਗੀ ਤਰ੍ਹਾਂ ਸਿੱਖਿਆ ਬਣਾ ਕੇ ਦੇਵਾਂਗੇ ਜਿੱਦਾਂ ਇਹ ਬੋਲ ਰਿਹਾ ਹੈ। ਜਦੋਂ ਕਹਿੰਦੇ ਵੀ ਗੁਰੂ ਕੇ ਸਿੱਖ ਭਾਈ ਬਿਧੀ ਚੰਦ ਪੁਰਾਣੇ ਹੋਣੀ ਕੁਝ ਬੋਲਣ ਲੱਗੇ ਨਾ, ਥੋੜਾ ਸਖਤ ਜਿਹਾ ਹੋ ਗਏ ਤੇ ਬੜੇ ਸਖਤ ਬਚਨ ਦੇ ਗੁੱਸੇ ਵਿੱਚ ਜਦੋਂ ਐਨ ਭਰੇ ਹੋਏ ਗੁਰੂ ਮਹਾਰਾਜ ਜੀ ਨੇ ਦੇਖੇ ਐ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸੇ ਵੇਲੇ ਰੋਕਿਆ, ਭਾਈ ਸਿੱਖੋ ਸਿੱਖੋ। ਮਹਾਰਾਜ ਕਹਿੰਦੇ ਸਿੱਖੋ ਧੀਰਜ ਕਰੋ, ਥੋੜਾ ਹੌਸਲਾ ਕਰੋ। ਹਮ ਚੱਲ ਘਰ ਡੇਰੇ ਕਿਸ ਆਏ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਅਸੀਂ ਇਹਨਾਂ ਦੇ ਡੇਰੇ ਵਿੱਚ ਚੱਲ ਕੇ ਆਏ ਹਾਂ, ਭਾਵ ਆਪ ਚੱਲ ਕੇ ਮਿਹਰਬਾਨ ਦੇ ਕੋਲ ਆਏ ਹਾਂ। ਤੁਸੀਂ ਸਿਆਣੇ ਹੋ, ਤੁਸੀਂ ਦੱਸੋ ਇੱਥੇ ਖੁਸ਼ੀ ਕਰਨ ਵਾਸਤੇ ਆਏ ਕਿ ਜਾਂ ਗੁੱਸਾ ਕਰਨ ਵਾਸਤੇ ਆਏ ਆ? ਆਪਾਂ ਮਿਹਰਬਾਨ ਦੇ ਡੇਰੇ ਜਾਏ ਨੂੰ ਮਨਾਉਣ ਆਏ ਆ, ਤੇ ਤੁਸੀਂ ਜਿਵੇਂ ਕਰ ਰਹੇ ਤੇ ਸਗੋਂ ਗੁੱਸਾ ਵੱਧ ਜਾਣਾ ਹੈ। ਮਹਾਰਾਜ ਕਹਿੰਦੇ ਨਾ ਜਾ, ਵਿੱਚ ਆਪਾਂ ਖੁਸ਼ੀ ਕਰਨ ਵਾਸਤੇ ਆਏ ਆ, ਨਾ ਕਿ ਗੁੱਸਾ ਉਠਾਉਣ ਵਾਸਤੇ, ਗੁੱਸਾ ਕਰਨ ਵਾਸਤੇ। ਇਸ ਕਰਕੇ ਤੁਹਾਨੂੰ ਕਹਿੰਦੇ ਆ ਤੁਸੀਂ ਕੋਈ ਬਚਨ ਨਾ ਕਰੋ ਤੇ ਜਿਹੜਾ ਆਰਾਮ ਸੁਖ ਸ਼ਾਂਤੀ ਦੇ ਨਾਲ ਬੈਠੇ ਰਹੋ, ਕੋਈ ਬਚਨ ਨਾ ਕਹੋ। ਐਵੇਂ ਸਤਿਗੁਰੂ ਮਹਾਰਾਜ ਆਪਣੇ ਸਿੱਖਾਂ ਦਾਸਾਂ ਨੂੰ ਬੜਾ ਵਰਜ ਕੇ ਰੋਕ ਕੇ ਤਾੜ ਕੇ ਕਰੇ ਆਪ ਚਰਨ ਤਿਸ ਕੀਰੇ। ਮਹਾਰਾਜ ਜੀ ਵੇਖੋ ਮੌਜ ਹੀ ਹੈ ਨਾ ਸੱਚੇ ਪਾਤਸ਼ਾਹ ਦੀ।
ਜਿਸ ਗੁਰੂ ਦੇ ਚਰਨਾਂ ਵਿੱਚ ਸਾਰੇ ਖੰਡ ਬ੍ਰਹਿਮੰਡ ਝੁਕਦੇ ਹੈ, ਉਹ ਛੇਵੇਂ ਪਾਤਸ਼ਾਹ ਦੀ ਕਲਾ ਵੇਖੋ। ਗੁਰੂ ਮਹਾਰਾਜ ਬਾਬਾ ਮਿਹਰਬਾਨ ਜੀ ਦੇ ਉਸ ਵੇਲੇ ਚਰਨ ਪਕੜਦੇ ਨਿਮਰਤਾ ਨਾਲ। ਮਹਾਰਾਜ ਕਹਿੰਦੇ ਭਰਾ ਜੀ ਗੁੱਸਾ ਨਾ ਕਰੋ, ਤੁਸੀਂ ਵੇਖੋ ਉਮਰ ਵਿੱਚ ਵੀ ਸਾਡੇ ਤੋਂ ਵੱਡੇ ਹੋ, ਤੁਸੀਂ ਜੋ ਮਰਜ਼ੀ ਸਾਨੂੰ ਕਹੋ, ਅਸੀਂ ਤੁਹਾਨੂੰ ਕੀ ਕਹਿਣਾ ਹੈ। ਵੱਡਿਆਂ ਅੱਗੇ ਛੋਟੇ ਨੇ ਬੋਲਣਾ ਕੰਮ ਥੋੜੀ ਹੁੰਦਾ ਹੈ, ਉਹ ਜਿਹੜੇ ਛੋਟੇ ਥੋੜੀ ਹੁੰਦੇ ਜਿਹੜੇ ਵੱਡੇ ਅੱਗੇ ਬੋਲਣ। ਇਸ ਕਰਕੇ ਮਹਾਰਾਜ ਕਹਿੰਦੇ ਤੁਹਾਨੂੰ ਉੱਤਰ ਦੇਣਾ, ਤੁਹਾਡੇ ਕੋਈ ਗੱਲ ਕਰਨੀ ਸਾਹਮਣੇ, ਇਹ ਸਾਡੀ ਬਣਦੀ ਨਹੀਂ ਹੈ, ਤੁਸੀਂ ਵੱਡੇ ਹੋ ਸਾਡੇ ਤੋਂ। ਇਸ ਕਰਕੇ ਤੁਸੀਂ ਆਪ ਸਿਆਣੇ ਹੋ, ਵੱਡੇ ਦਾ ਕੰਮ ਹੁੰਦਾ ਵਿਚਾਰ ਕਰਨੀ, ਤੁਸੀਂ ਵਿਚਾਰ ਕਰੋ ਤੇ ਆਪਣਾ ਜਿਹੜਾ ਗੁੱਸਾ ਉਹਨੂੰ ਛੱਡੋ। ਕਿਉਂਕਿ ਜਿਹੜਾ ਬੰਦਾ ਗੁੱਸਾ ਕਰਦਾ ਹੈ ਨਾ, ਇਹ ਭਰਾ ਮਿਹਰਬਾਨ ਜੀ, ਉਹ ਬਿਨਾਂ ਗਿਆਨ ਤੋਂ ਹੋ ਜਾਂਦਾ ਹੈ। ਇਹ ਤੇ ਸੁਭਾਵਿਕ ਹੀ ਸਾਧ ਸੰਗਤ ਜੀ ਗੱਲ ਹੈ। ਜਦੋਂ ਬੰਦਾ ਗੁੱਸੇ 'ਚ ਹੋ ਜਾਂਦਾ ਨਾ, ਇੱਥੇ ਗੁੱਸਾ ਹੁਣੇ ਦੀਵਾਨ 'ਚ ਆ ਗਿਆ, ਗੁਰੂ ਦੇ ਦਰਬਾਰ 'ਚ ਆ ਕੇ, ਤੇ ਇੱਥੇ ਨਹੀਂ ਵੇਖਣਾ ਵੀ ਗੁਰੂ ਮਹਾਰਾਜ ਸਾਹਮਣੇ ਹੈ, ਕੋਈ ਸੰਤ ਮਹਾਤਮਾ ਸਾਹਮਣੇ, ਗੁਰੂ ਕੀ ਸਿੱਖ ਸਾਹਮਣੇ ਹੈ, ਸੰਗਤ ਸਾਹਮਣੇ ਹੈ, ਬਸ ਉਹਨੇ ਕਹਿਣਾ ਬਸ ਮੈਂ ਹੀ ਹਾਂ ਜਦੋਂ ਗੁੱਸਾ ਆ ਗਿਆ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹਨੂੰ ਗੁੱਸਾ ਆ ਜਾਂਦਾ ਉਹ ਆਪਣਾ ਗਿਆਨ ਗਵਾ ਬੈਂਦਾ, ਉਹ ਥੋੜੀ ਜਾਣਦਾ ਵੀ ਮੈਂ ਗਿਆਨੀ ਆ, ਮੈਂ ਹੁਣ ਰਾਗੀ ਆ, ਮੈਂ ਚੁੱਪ ਹੀ ਕਰ ਜਾ। ਇਸ ਤਰ੍ਹਾਂ ਉਹ ਗੁੱਸੇ ਵਾਲਾ ਬੰਦਾ ਆਪਣਾ ਗਿਆਨ ਗਵਾ ਬੈਂਦਾ ਹੈ। ਇਹ ਜਿਹੜਾ ਗੁੱਸਾ ਹੈ ਸਤਿਗੁਰੂ ਮਹਾਰਾਜ ਨੇ ਕ੍ਰੋਧ ਇੱਕ ਦੇ ਪਾਪ ਬੜੇ ਵੱਡੇ ਬਣਾ ਦਿੰਦਾ, ਪਾਪੀ ਕਰ ਦਿੰਦਾ ਬੰਦੇ ਨੂੰ, ਪਾਪ ਬੜੇ ਹੋ ਜਾਂਦੇ ਹੈ। ਤੇ ਨਾਲ ਇਹ ਕਲੇ ਦਾ ਲੜਾਈ ਦਾ ਤੇ ਮੋਢੀ ਹੀ ਹੈ, ਕਿਉਂ ਗੁੱਸਾ ਆਉਣਾ ਹੀ ਉਦੋਂ ਜਦੋਂ ਲੜਾਈ ਹੋਈ ਹੈ। ਇਹ ਕ੍ਰੋਧ ਜਿਹੜਾ ਕ੍ਰੋਧ ਹੈ ਉਹ ਧਰਮ ਤੋਂ ਵੀ ਪ੍ਰਤੀਕੂਲ ਕਰ ਦਿੰਦਾ ਹੈ, ਉੱਥੇ ਧਰਮ ਰਹਿ ਨਹੀਂ ਜਾਂਦਾ। ਵੇਖੋ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਜਿਹੜਾ ਧਰਮ ਉਹਦੇ ਦਇਆ ਦਾ ਪੁੱਤਰ ਹੈ। ਜਿਨ੍ਹਾਂ ਅੰਦਰ ਦਇਆ ਉਹੀ ਉਹ ਧਰਮ ਕਮਾ ਸਕਦੇ ਹੈ, ਜਿਨ੍ਹਾਂ ਅੰਦਰ ਦਇਆ ਨਹੀਂ ਧਰਮ ਕਿਤੋਂ ਕਮਾ ਸਕਦੇ ਹੈ, ਉਹਦੇ ਡਾਕੂ ਹੀ ਹੈ ਮੇਰੇ। ਇਸ ਪ੍ਰਕਾਰ ਉਹ ਕੀ ਧਰਮ ਕਮਾ ਸਕਦੇ ਜਿਨ੍ਹਾਂ ਅੰਦਰ ਦਇਆ ਹੀ ਹੈ ਨਹੀਂ। ਆ ਕਈ ਲੋਕ ਕਈ ਕੁਝ ਕਰਦੇ ਆ ਤੇ ਉਹ ਆਪਣੇ ਧਰਮੀ ਵੀ ਖਵਾਈ ਜਾਂਦੇ ਹੈ ਕਿ ਇਹਦਾ ਧਰਮ ਨਾਸ ਕਰਕੇ ਆਪਣਾ ਧਰਮ ਪੈਦਾ ਕਰਨਾ, ਕੋਈ ਧਰਮ ਥੋੜੀ ਜਿੱਥੇ ਦਇਆ ਹੀ ਹੈ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਧਰਮ ਤੋਂ ਜਿਹੜਾ ਉਲਟ ਕਰ ਦਿੰਦਾ ਹੈ ਇਹ ਗੁੱਸਾ। ਵੱਡੀ ਗੱਲ ਇਹ ਵੀ ਜਿਹੜਾ ਕ੍ਰੋਧੀ ਆ ਉਹਦੇ ਨਰਕ 'ਚ ਜਾ ਪੈਂਦਾ, ਉੱਥੇ ਨਰਕ 'ਚ ਉਹਨੂੰ ਧੂਈ ਫਿਰਦੇ ਹਨ। ਕ੍ਰੋਧੀ ਧਾਏ, ਜਿੱਥੇ ਜਿੱਥੇ ਵੀ ਕ੍ਰੋਧੀ ਦੌੜ ਕੇ ਜਾਂਦਾ ਅਜੋਗ ਹੀ ਗੱਲ ਕਰਦਾ ਹੈ, ਕਿਉਂਕਿ ਕ੍ਰੋਧੀ ਨੇ ਜਿੱਥੇ ਵੀ ਜਾਣਾ ਉੱਥੇ ਨੇ ਭੱਜ ਕੇ ਪੈਣਾ ਹੈ। ਗੁੱਸਾ ਵਾਲਾ ਮਨੁੱਖ ਜਿੱਥੇ ਵੀ ਜਾਂਦਾ ਉਹ ਆਪਣੀ ਵਿਗਾੜ ਕੇ ਹੀ ਆਉਂਦਾ ਹੈ। ਤੁਸੀਂ ਕਾਹਨੂੰ ਗੁੱਸਾ ਕਰਦੇ ਹੋ? ਗੁੱਸਾ ਕਿਸ ਗੱਲ ਦਾ ਹੈ? ਮਹਾਰਾਜ ਕਹਿੰਦੇ ਹੈ ਜਿਹੜਾ ਆਪਣਾ ਤੁਹਾਡਾ ਬਣਦਾ ਹੈ ਉਹ ਗੁਰੂ ਘਰ ਦੇ ਜਿਹੜੇ ਸਥਾਨ ਦੇ ਤੁਹਾਡਾ ਪੂਰਾ ਜਿਹੜਾ ਹਿੱਸਾ ਹੈ। ਮਹਾਰਾਜ ਕਹਿੰਦੇ ਗੁੱਸਾ ਕਾਹਦਾ ਕਰਦੇ ਹੋ? ਇਸ ਕਰਕੇ ਆਪਣੇ ਅੰਮ੍ਰਿਤਸਰ ਵਿਖੇ ਆ ਕੇ ਆਪੋ ਆਪਣੇ ਤੁਸੀਂ ਘਰ ਲੈ ਲਓ। ਜੇ ਕਿਸੇ ਹੋਰ ਵਸਤੂ ਦੀ ਲੋੜ ਹੈ ਤੁਹਾਨੂੰ ਚਾਹੀਦੀ ਹੈ, ਮਨੇ ਮਹਾਰਾਜ ਅਸੀਂ ਆਹ ਨਹੀਂ ਲੈਣਾ ਅਸੀਂ ਆਹ ਲੈਣਾ, ਤਾਂ ਉਹ ਸਾਨੂੰ ਕਹਿ ਦਿਓ ਜੀ। ਗੁਰੂ ਸਾਹਿਬ ਵੇਖੋ ਮੌਜੀ ਹੈ ਨਾ, ਮਹਾਰਾਜ ਕਹਿੰਦੇ ਜੋ ਵੀ ਗੁੱਸਾ ਤੁਹਾਡੇ ਅੰਦਰ ਉਹਦਾ ਕਾਰਨ ਤੇ ਤੁਸੀਂ ਦੱਸ ਦਿਓ ਨਾ ਵੀ ਕੀ ਕਾਹਦਾ ਗੁੱਸਾ ਅੰਦਰ, ਤੇ ਉਸ ਤੋਂ ਤੁਹਾਡਾ ਵੀ ਹਟ ਜਾਵੇ ਰੁਕ ਜਾਵੇ ਗੁੱਸਾ, ਤੇ ਤੁਸੀਂ ਐ ਆਨੰਦ ਪ੍ਰਸੰਨ ਖੁਸ਼ ਰਹੋ। ਤੇ ਮਿਹਰਬਾਨ ਭਰਾ ਜੀ ਜਿਹੜੇ ਪਿਛਲੀਆਂ ਗੱਲਾਂ ਉਹਨਾਂ ਦੀ ਵਿਚਾਰਨਾ ਕਰੋ, ਕਿਉਂਕਿ ਜੋ ਮਨੁੱਖ ਪਿੱਛੇ ਮੁੜ ਵੇਖਦਾ ਸਾਧ ਸੰਗਤ ਦੀ ਕਾਮਯਾਬ ਨਹੀਂ ਹੋ ਸਕਦਾ। ਇੱਕ ਪਿੱਛੇ ਦਾ ਸਮਾਂ ਨਾ ਵੇਖੋ, ਮਹਾਂਪੁਰਸ਼ ਕਹਿੰਦੇ ਹਨ, ਨਾ ਕਦੀ ਆਉਣ ਵਾਲਾ ਸਮਾਂ ਵੇਖੋ। ਬੰਦਾ ਉਦੋਂ ਹੀ ਮਰਦਾ ਹੈ ਜਦੋਂ ਅਗਲਾ ਪਿਛਲਾ ਸਮਾਂ ਦੇਖਦਾ ਹੈ। ਹਮੇਸ਼ਾ ਹੀ ਬੰਦਾ ਪ੍ਰਸੰਨ ਰਹਿ ਸਕਦਾ ਜੇ ਵਰਤਮਾਨ ਸਮੇਂ ਨੂੰ ਵੇਖੇ, ਇਹ ਵੇਖੇ ਕਿ ਮੈਨੂੰ ਮਹਾਰਾਜ ਨੇ ਵੇਖੋ ਸਰੀਰ ਦਿੱਤਾ ਹੈ, ਮਹਾਰਾਜ ਕਿਰਪਾ ਨਾਲ ਪ੍ਰਸ਼ਾਦਾ ਛਕ ਰਹੇ ਹਾਂ, ਗੁਰੂ ਕੀ ਸੰਗਤ ਕਰ ਰਹੇ ਹਾਂ, ਦਰਸ਼ਨ ਕਰ ਰਹੇ, ਮਹਾਰਾਜ ਨਗਰ 'ਚ ਰਹਿ ਰਹੇ ਹਾਂ, ਤੁਹਾਡੇ ਦਰਸ਼ਨ ਹੋ ਰਹੇ, ਕੀ ਸਾਨੂੰ ਚੰਗਾ ਹੈ। ਜੋ ਮਨੁੱਖ ਸੋਖੀ ਸੋਖ ਹੈ, ਜੇ ਬੰਦਾ ਸੁਣੇ ਆਪਣਾ ਜਾਣੇ ਵੀ ਉਹ ਅੱਗੇ ਜਾ ਕੇ ਕੀ ਕਰਾਂਗੇ, ਅੱਗੇ ਜਾ ਕੇ ਪਤਾ ਨਹੀਂ ਕਿਹੜਾ ਭਾਰ ਲੈ ਜਾਣਾ। ਜਦੋਂ ਇੰਨੀਆਂ ਗੱਲਾਂ ਸੋਚੂ ਬੰਦਾ, ਬਸ ਉਹੀ ਬੰਦਾ ਚਿੰਤਾਵਾਨ ਆਪਣੀ ਵਰਤਮਾਨ ਸਿੰਘ ਨੂੰ ਖਰਾਬ ਕਰ ਦਿੰਦਾ। ਮਹਾਰਾਜ ਕਹਿੰਦੇ ਪਿਛਲੀ ਗੱਲ ਦੇ ਬਿਲਕੁਲ ਹੀ ਹ੍ਰਿਦੇ 'ਚ ਨਾ ਵਿਚਾਰੋ। ਜਿਵੇਂ ਤੁਹਾਨੂੰ ਸ਼ਾਂਤੀ ਹੁੰਦੀ ਪਾ, ਜੋ ਮੰਗ ਕੇ ਤੁਹਾਨੂੰ ਸ਼ਾਂਤੀ ਮਿਲਦੀ ਉਹਦਾ ਨਿਰਣਾ ਕਰੋ ਆਪ ਜੀ। ਪਰ ਵੇਖੋ ਕਿੱਥੇ ਸਮਝਾਇਆ ਕੋਈ ਸਮਝਦਾ, ਬ੍ਰਹਮਾ ਹੋ ਤੋ ਕਹਿਓ ਨਾ ਮਨ ਹੈ।
ਜੋ ਪ੍ਰਭ ਕੀਏ ਭਗਤ ਦੇ ਬਾਝ ਤਿੰਨ ਤੇ ਸਦਾ ਡਰਾਨੇ ਰਹੀਏ। ਉਹੀ ਗੱਲ ਬਾਬਾ ਮਿਹਰਬਾਨ ਦੇ ਜਿਹੜੇ ਮਨ 'ਚ ਤੇ ਗੱਲ ਬਹਿੰਦੀ ਨਹੀਂ ਨਾ, ਕਹਿੰਦੇ ਸੁਣ ਕੇ ਗੁਰੂ ਕੇ ਬਚਨ ਕੋਈ ਅਸਰ ਨਹੀਂ ਹੋਇਆ, ਸਗੋਂ ਸਿੱਖਾਂ ਦੀ ਤਰਫ ਦੇਖ ਦੇਖ ਨਾ ਤਾੜਨਾ ਜੀ ਕੀਤੀ, ਬੜਾ ਘੂਰਿਆ ਸਭ ਨੂੰ। ਬਾਬਾ ਮਿਹਰਬਾਨ ਜੀ ਬਹੁਤ ਜ਼ਿਆਦਾ ਗੁੱਸਾ ਕ੍ਰੋਧ ਕਰਕੇ ਇਹ ਜਿੰਦੋਂ ਬੋਲੇ ਹੈ ਨਾ, ਬਸ ਗੁੱਸੇ ਵਿੱਚ ਕਹਿੰਦੇ ਉਹ ਤੁਸੀਂ ਕਿਉਂ ਨਹੀਂ ਜਾਂਦੇ ਇੱਥੋਂ ਭਲਾ, ਤੁਸੀਂ ਜਾਂਦੇ ਕਿ ਭਲਾ ਇੱਥੇ ਭਲਾ ਲੜਾਈ ਹੋ ਪਵੇ, ਕਿਤੇ ਹੋਰ ਹੀ ਨਾ ਕਿਤੇ ਹੋ ਜਾਂਦੀ ਹੋਵੇ। ਮਹਾਰਾਜ ਨੂੰ ਕਹਿੰਦਾ ਜਿਹੜੇ ਗਵਾਰ ਜੇ ਬਾਏ ਨਾ ਬਾਬਾ ਪਿੱਠੀ ਚੰਦ ਦੇ ਪੁੱਤਰ ਮਿਹਰਬਾਨ ਕਹਿੰਦੇ ਆ ਜਿਹੜੇ ਬਿਧੀ ਚੰਦ ਨਹੀਂ ਬੈਠੇ ਸੀ ਨਾ ਗੁਰੂ ਕੇ ਸਿੱਖ, ਉਹਨਾਂ ਵੱਲ ਵੇਖ ਕਹਿੰਦਾ ਜਿਹੜੇ ਗਵਾਰ ਜੇ ਬਿਠਾਏ ਇਹਨਾਂ ਨੂੰ ਇੱਥੋਂ ਭੇਜੋ, ਇੱਥੋਂ ਭੁਕੱਲੋ ਇਹਨਾਂ ਨੂੰ, ਇੱਥੋਂ ਮੇਰੇ ਅੱਖਾਂ ਤੋਂ ਦੂਰ ਪਰੇ ਕਰੋ। ਕਹਿੰਦਾ ਨਹੀਂ ਤੇ ਆ ਮਿਲਣ ਦੀ ਕੋਸ਼ਿਸ਼ ਨਾ ਕਰੋ ਮੈਨੂੰ, ਹੁਣ ਨਾ ਮੈਨੂੰ ਮਿਲਿਓ, ਨਹੀਂ ਤੇ ਇਸ ਤਰ੍ਹਾਂ ਦੀ ਗੱਲ ਦੀ ਹੋ ਜਾਏਗੀ, ਭਾਵ ਲੜਾਈ ਹੱਥੋਂ ਪਾਈ ਨਾ ਕਿਤੇ ਹੋ ਜਾਏ। ਕਹਿੰਦਾ ਮੈਂ ਕਿਤੇ ਲੜਾਈ ਨਾ ਹੋ ਜਾਏ, ਇੱਥੇ ਕਿਤੇ ਰੋਂਡ ਦੇ ਮੋਢੀ ਪਏ ਹੋਣ, ਭਾਵੇਂ ਇੱਕ ਪਾਸੇ ਧੜ ਦੇ ਇੱਕ ਪਾਸੇ ਸੇਰੀ ਪਏ ਹੁਣ। ਇੰਨਾ ਦੇਖੋ ਸੂਰਬੀਰ ਹੈ ਬਾਬਾ ਮਿਹਰਬਾਨ। ਕਹਿੰਦਾ ਮੇਰੀ ਤੇ ਪਹਿਲਾਂ ਹੀ ਤੁਹਾਨੂੰ ਵੇਖ ਵੇਖ ਕੇ ਛਾਤੀ ਧੁਖਦੀ ਰਹਿੰਦੀ, ਅੱਗ ਲੱਗੀ ਰਹਿੰਦੀ ਮੈਨੂੰ। ਆ ਜੇ ਤੁਹਾਨੂੰ ਵੇਖ ਕੇ ਤੇ ਹੁਣ ਪ੍ਰਜੁਲਤੀ ਹੋ ਗਈ, ਪ੍ਰਗਟ ਹੀ ਹੋ ਗਈ, ਭਾਵ ਹੁਣ ਤੇ ਲੜ ਲੜ ਜਿਹੜੀ ਛਾਤੀ ਮੇਰੀ ਅੱਗ ਦੇ ਨਾਲ ਬਲ ਰਹੀ ਹੈ। ਇਤਿਆਦ ਕਹਿੰਦੇ ਹੋਰ ਬੜੇ ਕਠੋਰ ਕਠੋਰ ਬਚਨ ਕਹਿ ਕੇ ਸਖਤੀ ਦੇ ਮੁੱਖ ਤੇ ਜਿਹੜਾ ਮੂੰਹ ਦੇ ਅੱਖਾਂ ਦੇ ਕਹਿੰਦੇ ਆ ਲਾਲੋ ਲਾਲ ਹੋ ਗਈਆਂ ਜਿਵੇਂ ਮਿਰਚਾਂ ਖਾਧੀਆਂ ਹੋਣ। ਤੇ ਸਾਧ ਸੰਗਤ ਦੀ ਲੜਨ ਦਾ ਤੌਰ ਤਰੀਕਾ ਬਣਾ ਲਿਆ, ਪੂਰਾ ਤਿਆਰੀ ਹੈ ਲੜਨ ਦੀ। ਸ੍ਰੀ ਸਾਹਿਬ ਇਹਨਾਂ ਵੀ ਕਹਿੰਦੇ ਧਾਰਨ ਕੀਤੀ ਹੋਈ ਸੀ, ਆਪਣੀ ਖੜਗ ਦੀ ਮੁੱਠੀ ਦੇ ਉੱਪਰ ਹੱਥ ਧਰ ਕਰਕੇ ਸਤਿਗੁਰੂ ਮਾਰਨ ਨੂੰ ਵੀਰਤਾ, ਆਪਣੀ ਸੂਰਬੀਰਤਾ ਦੇ ਬਲ ਦਿਖਾਉਣਾ ਚਾਹੁੰਦਾ ਬਾਬਾ ਮਿਹਰਬਾਨ ਵੀ ਮੈਂ ਵੀ ਕਿਤੇ ਘੱਟ ਨਹੀਂ ਹਾਂ ਸੂਰਾ। ਇਧਰ ਸਤਿਗੁਰੂ ਦੇ ਧਰਮ ਤੇ ਧੁਰਾ ਹੀ ਹੈ, ਧਰਮ ਨੂੰ ਧਾਰਨ ਕਰਨ ਵਾਲੇ ਛੇਵੇਂ ਪਾਤਸ਼ਾਹ, ਭਾਵ ਜਿੱਥੇ ਛੇਵੇਂ ਪਾਤਸ਼ਾਹ ਖੜੇ ਨਾ ਸਮਝ ਲਓ ਇੱਥੋਂ ਧਰਮ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਧਰਮ ਦੇ ਧੁਰੰਦਰ ਤੇ ਧੀਰਜ ਧਾਰੀ ਸਤਿਗੁਰੂ। ਨਹੀਂ ਤੇ ਜਿੱਦਾਂ ਬਾਬਾ ਮਿਹਰਬਾਨ ਦੇ ਮੁੱਠੀ ਦੇ ਹੱਥ ਧਰਿਆ ਗੁਰੂ ਸਾਹਿਬ ਕਿਤੇ ਜਰਦੇ ਮਾਂ ਦਾ ਸੱਚੇ ਪਾਤਸ਼ਾਹ ਜੀ, ਧੀਰ ਜੀ ਧਾਰੀ ਹੋਈ ਵੀ ਕੋਈ ਨਹੀਂ ਜੋ ਕਰਦੇ ਕਰਨ ਦੋ। ਗੁਰੂ ਜੋ ਖਿਮਾ ਦੇ ਸਮੁੰਦਰ ਹੀ ਹੈ, ਮਾਲ ਨੇ ਵਿਚਾਰ ਕੀਤੀ ਹੈ ਵੀ ਕੀ ਕਹਿਣਾ ਇਸ ਨੂੰ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤੇ ਚਿੱਤ ਵਿੱਚ ਮਿਹਰਬਾਨ ਐਵੇਂ ਚਾਹੁੰਦੇ ਸਾਂ ਤੇਰੇ ਵਾਸਤੇ ਕਿ ਗੁਰੂ ਕੀ ਕੁੱਲ ਨੂੰ ਨਹੀਂ ਅੱਡ ਹੋਣਾ ਚਾਹੀਦਾ। ਅਜੇ ਹੋਰ ਕੋਈ ਹੋ ਜੇ ਤੇ ਕੋਈ ਗੱਲ ਨਹੀਂ ਹੈ। ਗੁਰੂ ਕੀ ਕੁੱਲ ਦੇ ਵੇਖੋ ਗੁਰੂ ਦਾ ਪਰਿਵਾਰ ਹੀ ਹੈ, ਤੇ ਗੁਰੂ ਦਾ ਪਰਿਵਾਰ ਤੇ ਰੱਬ ਦਾ ਰੂਪ ਹੁੰਦਾ ਹੈ। ਇਸ ਤਰ੍ਹਾਂ ਗੁਰੂ ਕੀ ਕੁੱਲ ਤੇ ਇੱਕ ਸਮਾਨ ਰਵੇ, ਭਾਵੇਂ ਇਕੱਠੇ ਰਹਿਣ ਅਸੀਂ ਜਿਵੇਂ ਚਾਹੁੰਦੇ ਸਾਂ ਪ੍ਰਾਰਬਧ। ਪਰ ਕਹਿੰਦੇ ਮਹਾਰਾਜ ਕਹਿੰਦੇ ਕੀ ਕਰੀਏ ਜਿਸ ਉਹ ਇਸ ਤਰ੍ਹਾਂ ਦੀ ਕਿਸੇ ਦੀ ਖੋਟੀ ਪ੍ਰਾਰਬਧ ਹੋਵੇ, ਕਿਸਮਤ ਮਾੜੀ ਹੋਵੇ, ਉਹਦਾ ਕੀ ਬਣ ਸਕਦਾ ਹੈ। ਜਿਹਦੀ ਕਿਸਮਤ ਮਾੜੀ ਹੋਊਗੀ ਉਹਨੂੰ ਤੁਸੀਂ ਕਹੋਗੇ ਭਾਈ ਸ਼ਰਾਬ ਨਾ ਪੀ, ਉਹ ਕਹੋ ਮੈਂ ਤਾਂ ਸਗੋਂ ਪੀਊਂਗਾ, ਉਹਨੇ ਹਟਣਾ ਹੀ ਨਹੀਂ ਹੈ, ਉਲਟਾ ਹੀ ਚੱਲਣਾ। ਜਿੱਧਰ ਤੋਂ ਕਹੋਗੇ ਨਾ ਨਹੀਂ ਜਾਣਾ ਉਹ ਉੱਧਰ ਹੀ ਜਾਊਗਾ, ਕਿਉਂਕਿ ਕਿਸਮਤ ਮਾੜੀ ਹੈ ਨਾ। ਤਾਂ ਮਹਾਰਾਜ ਕਹਿੰਦੇ ਵੇਖੋ ਪ੍ਰਾਰਬਧ ਦੀ ਜਦੋਂ ਇਸ ਤਰ੍ਹਾਂ ਦੀ ਜਿਸਦੀ ਹੋ ਜਾਵੇ ਖੋਟੀ ਮਾੜੀ ਭੈੜੀ, ਮਹਾਰਾਜ ਕਹਿੰਦੇ ਫੇਰ ਨਹੀਂ ਕਿਸੇ ਦਾ ਉਸਦੇ ਵਾਸ ਚੱਲਦਾ, ਫਿਰ ਉਹ ਤੇ ਕਿਹੜਾ ਜ਼ੋਰ ਨਹੀਂ ਚੱਲਦਾ। ਜਿੰਨਾ ਮਰਜੀ ਸਮਝਾਓ ਬਜਾਓ ਉਹ ਬੰਦਾ ਉਲਟੀ ਚੱਲਦਾ ਹੈ। ਮਹਾਰਾਜ ਆਪਣੀ ਮੌਤ ਚ ਆ ਕੇ ਕਹਿੰਦੇ ਵੀ ਇਹ ਜੋ ਪੰਜੇ ਪਾਤਸ਼ਾਹ ਜੀ ਦੇ ਬਚਨ ਹੈ ਨਾ ਅਸਲ ਵਿੱਚ ਉਹ ਸੱਚੇ ਹੀ ਹੋਣੇ ਹੈ। ਪਿਤਾ ਦੇ ਸਹਿਤ ਮਹਾਰਾਜ ਕਹਿੰਦੇ ਜਿਵੇਂ ਤੁਸੀਂ ਆ ਚਿੰਤਾ ਦੇ ਵਿੱਚ ਰਚੇ ਮਿਚੇ ਹੋ ਨਾ, ਜਿਵੇਂ ਤੁਹਾਡੇ ਪਿਤਾ ਜੀ ਦੇ ਜਿਵੇਂ ਤੁਹਾਨੂੰ ਚਿੰਤਾ ਖਾਈ ਜਾਂਦੀ ਦਿਨੋਂ ਦਿਨ, ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜੀ ਤੁਹਾਡੀ ਅੰਸ ਬੰਸ ਉਹ ਵੀ ਚਿੰਤਾ ਹੀ ਲੈਂਦੀ ਰਹੇਗੀ, ਉਹ ਵੀ ਸੜਦੀ ਮੱਚਦੀ ਰਹੇਗੀ। ਦੂਸਰਿਆਂ ਦਾ ਪ੍ਰਭਾਵ ਵਡਿਆਈ ਮਹਿਮਾ ਦੇ ਦੇ ਕੇ ਕਹਿੰਦੇ ਤੁਹਾਡਾ ਸੀਨਾ ਤੁਹਾਡਾ ਹਿਰਦਾ ਮਹਾਰਾਜ ਕਹਿੰਦੇ ਸੜਦਾ ਹੀ ਰਹੇਗਾ, ਇਸ ਹਿਰਦੇ ਵਿੱਚ ਅੱਗ ਲੱਗੀ ਹੀ ਰਹੇਗੀ। ਮਹਾਰਾਜ ਇਸ ਤਰ੍ਹਾਂ ਕਹਿੰਦੇ ਭਾਈ ਆ ਜਿਸ ਸਿੱਖਾਂ ਨੂੰ ਤੁਸੀਂ ਗਵਾਰ ਕਹਿੰਦੇ ਨੇ ਵੀ ਆ ਗਵਾਰ ਵਾਧੂ ਬੈਠਾ ਹੈ, ਕਹਿੰਦੇ ਤੁਹਾਡੀ ਕੁੱਲ ਵੀ ਭਾਈ ਉਹਨਾਂ ਸਿੱਖਾਂ ਦੇ ਅਨੁਸਾਰ ਹੀ ਹੋਏਗੀ। ਵੇਖੋ ਇਹ ਵੀ ਤੁਸੀਂ ਇਹਨਾਂ ਨੂੰ ਗਵਾਰ ਨਾ ਸਮਝੋ, ਤੁਸੀਂ ਗਵਾਰ ਹੋ ਜਾਓਗੇ।
ਇਸੇ ਤਰ੍ਹਾਂ ਸਾਧ ਸੰਗਤ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਇੱਥੇ ਮਾਲੇ ਦੀ ਧਰਤੀ ਤੇ ਪ੍ਰਚਾਰ ਕਰਨ ਗਏ ਸੀ ਸੱਚੇ ਮਹਾਂਪੁਰਸ਼। ਜਦੋਂ ਪ੍ਰਚਾਰ ਕਰਕੇ ਮਹਾਂਪੁਰਸ਼ ਆਏ ਤੇ ਇੱਕ ਕਾਮਰੇਡ ਸੀ ਕੱਟੜ, ਪੂਰਾ ਕਾਮਰੇਡ, ਕਹਿੰਦਾ ਮੈਂ ਪੂਰਾ ਕੱਟੜ ਕਾਮਰੇਡ ਸਾਂ। ਉਹ ਕਹਿੰਦਾ ਜਦੋਂ ਮਹਾਂਪੁਰਸ਼ ਪ੍ਰਚਾਰ ਕਰਕੇ ਆਏ ਤੇ ਮੈਂ ਕਹਿਣ ਲੱਗਾ ਵੇਖੋ ਜਿਸ ਦੇਸ਼ ਦੇ ਵਿੱਚ, ਜਿਸ ਇਲਾਕੇ ਦੇ ਵਿੱਚ ਇੱਕ ਸਾਧ ਨਾਲ 100 ਜਾਣੇ ਵਿਹਲੇ ਫਿਰਦੇ ਹੁਣ, ਉੱਥੇ ਤਰੱਕੀ ਕਿੱਥੇ ਹੋ ਸਕਦੀ ਹੈ। ਕਹਿੰਦਾ ਮੈਂ ਇਹੋ ਜੀ ਗੱਲ ਕੀਤੀ, ਸਿੱਖਾਂ ਨੂੰ ਸੁਣ ਗਈ, ਨਾਲ ਦੇ ਸਿੰਘਾਂ ਨੂੰ। ਉਸੇ ਵੇਲੇ ਕਹਿੰਦਾ ਮੇਰਾ ਸੋਧਾ ਲਾਉਣ ਲੱਗੇ ਸਿੰਘ ਤੇ ਮਹਾਂਪੁਰਸ਼ਾਂ ਨੇ ਰੋਕਿਆ, ਕਹਿੰਦੇ ਭਾਈ ਰਹਿਣ ਦਿਓ, ਕੋਈ ਗੱਲ ਨਹੀਂ, ਕੁਝ ਨਹੀਂ ਕਹਿਣਾ, ਇਹਦੇ ਵਾਸ ਦੀ ਗੱਲ ਨਹੀਂ, ਜੋ ਕਹਿ ਕੋਈ ਗੱਲ ਨਹੀਂ, ਕੁਝ ਨਹੀਂ ਕਹਿਣਾ ਹੈ। ਫਿਰ ਸੰਤ ਜਰਨੈਲ ਸਿੰਘ ਕਹਿਣ ਲੱਗੇ ਵੀ ਵੇਖ ਨਾਮ ਤੂੰ ਵੀ ਸਿੰਘ ਰਖਾਇਆ ਹੈ, ਸਾਨੂੰ ਨਹੀਂ ਪਤਾ ਤੂੰ ਕੀ ਕਰਦਾ ਹੈ, ਪਰ ਵੇਖ ਲਾ ਵੀ ਜਿਹੜੇ ਸਾਨੂੰ ਤੂੰ ਕਹਿ ਦੇਣਾ ਵੀ ਵਿਹਲਾ ਸਾਧ ਤੇ ਕੋਈ ਗੱਲ ਨਹੀਂ ਜਰ ਲੈਂਦੇ, ਕੋਈ ਗੱਲ ਨਹੀਂ ਸੀ ਵਿਹਲੇ ਠੀਕ ਆ, ਪਰ ਆ ਜਿਹੜੇ ਗੁਰੂ ਕੇ ਸਿੰਘ ਆ ਨਾ, ਜਿਨ੍ਹਾਂ ਸਿੰਘਾਂ ਦੇ ਬਾਰੇ ਮਹਾਰਾਜ ਜੀ ਕਹਿੰਦੇ ਵੀ ਇਹਨਾਂ ਦੀ ਕਿਰਪਾ ਦੇ ਨਾਲ ਹੀ ਸੱਜੇ ਆ। ਮਹਾਂਪੁਰਸ਼ ਕਹਿੰਦੇ ਜਿਹੜਾ ਇਹਨਾਂ ਨੂੰ ਵਿਹਲੜ ਕਿਹਾ ਨਾ, ਇਹ ਨਹੀਂ ਸਾਨੂੰ ਚੰਗਾ ਲੱਗਾ, ਇਹ ਗੱਲ ਤੂੰ ਠੀਕ ਨਹੀਂ ਕੀਤੀ ਹੈ। ਪਰ ਉਹ ਕਿੱਥੇ ਮੰਨੇ। ਹੁਣ ਉਹਨੂੰ ਅਸਲ ਵੀ ਕੀ, ਜਿਹੜਾ ਬੰਦਾ ਕਹਿੰਦਾ ਮੈਂ ਸੰਤਾਂ ਨੂੰ ਮੰਨਦਾ ਨਹੀਂ, ਉਹ ਕਰਦਾ ਵੀ ਨਹੀਂ, ਕੋਈ ਆਪਣੇ ਡਰਦਾ ਵੀ ਨਹੀਂ ਹੁੰਦਾ। ਤੇ ਮਹਾਂਪੁਰਸ਼ ਕਹਿੰਦੇ ਜਿਹੜਾ ਸਿੰਘਾਂ ਨੂੰ ਵਿਹਲਾ ਕਿਹਾ, ਇਹ ਨਹੀਂ ਅਸੀਂ ਜਰ ਸਕਦੇ, ਇਹ ਤੂੰ ਬੜੀ ਮਾੜੀ ਗੱਲ ਕੀਤੀ ਹੈ। ਮਹਾਂਪੁਰਸ਼ ਕਹਿੰਦੇ ਤੂੰ ਆਪਣੇ ਨੂੰ ਕਾਮਾ ਮੰਨਦਾ ਨਾ, ਜਾ ਵੇਖੜਾ ਤੂੰ ਵੀ ਕੰਮ ਵਾਲਾ ਨਹੀਂ ਰਹੇਗਾ, ਤੇਰਾ ਵੀ ਕੰਮ ਨਹੀਂ ਕੋਈ ਰਹਿ ਜਾਊਗਾ, ਤੂੰ ਵੀ ਕੰਮ ਜੋਗਾ ਨਹੀਂ ਰਹੇਗਾ। ਕਹਿੰਦੇ ਫਿਰ ਉਹਨੇ ਆਪ ਦੱਸੀ ਗੱਲ, ਕਹਿੰਦਾ ਉਹੀ ਕਲਾ ਵਰਤੀ, 3-4 ਦਿਨ ਬਾਅਦ ਜਿਹੜਾ ਮੇਰਾ ਸਰੀਰ ਕੰਮ ਕਰਨਾ ਜਿਹੜਾ ਹਟ ਗਿਆ। ਹੌਲੀ ਹੌਲੀ ਕਹਿੰਦਾ 2-3 ਮਹੀਨੇ ਬਾਅਦ ਤੇ ਮੇਰਾ ਸਾਰਾ ਸਰੀਰ ਹੀ ਜੁੜਿਆ ਗਿਆ, ਮੇਰੇ ਕੋਲ ਕੋਈ ਕੰਮ ਨਹੀਂ ਹੋਇਆ, ਬਿਲਕੁਲ ਹੀ ਕੰਮ ਖਤਮ ਹੋ ਗਿਆ। ਉਸ ਵੇਲੇ ਕਹਿੰਦਾ ਮੈਂ ਆਪ ਗੱਲ ਖੋਲ੍ਹੀ ਘਰਦਿਆਂ ਨਾਲ ਵੀ ਇਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ ਸੀ ਤੇ ਪ੍ਰਚਾਰ ਕਰਕੇ ਉਹ ਜਾ ਰਹੇ, ਤੇ ਮੈਂ ਕਹਿੰਦਾ ਵੀ ਜਿੱਥੇ ਇੱਕ ਵਿਹਲਾ ਸਾਧ ਦੇ ਨਾਲ 100 ਜਾਣੇ ਵਿਹਲੇ ਫਿਰਨ, ਉੱਥੇ ਭਲਾ ਤਰੱਕੀ ਕਿੱਥੇ ਹੋਣੀ ਹੈ। ਤੇ ਮੈਨੂੰ ਮਹਾਂਪੁਰਸ਼ਾਂ ਨੇ ਐਵੇਂ ਕਿਹਾ ਵੀ ਤੂੰ ਵੀ ਕੰਮ ਜੋਗਾ ਡੇਰੇਂਗਾ। ਕਹਿੰਦਾ ਉਹੀ ਕਲਾ ਵਰਤ ਰਹੇ, ਮੈਂ ਤੇ ਮੰਜੀ ਤੋਂ ਉਤਰਨ ਜੋਗਾ ਹੁਣ ਰਹਿ ਗਿਆ। ਉਹ ਇਸ ਪ੍ਰਕਾਰ ਫਿਰ ਕਹਿੰਦਾ ਵੀ ਘਰ ਦੇ ਵਿੱਚ ਉਹਦਾ ਕਿਤੇ ਸਹੁਰਾ ਸੀ, ਉਹ ਕਿਤੇ ਸ਼ਰਧਾ ਰੱਖਦਾ, ਉਹ ਥੋੜਾ ਆਸਤਕ ਸੀ, ਭਾਵੇਂ ਉਹ ਵੀ ਕਾਮਰੇਡਾਂ ਨਾਲ ਸੰਬੰਧ ਰੱਖਦਾ ਸੀ, ਪਰ ਉਹਦੀ ਤੇ ਕਿਰਪਾ ਸੀ ਥੋੜੀ ਬਹੁਤੀ ਮਹਾਰਾਜ ਦੀ। ਉਹ ਕਹਿੰਦਾ ਵੀ ਜਿਹੜਾ ਤੂੰ ਇੱਕ ਬੋਲਿਆ ਨਾ, ਇਹ ਤੇ ਤੈਨੂੰ ਹੁਣ ਸੰਤਾਂ ਕੋਲ ਜਾਣਾ ਪੈਣਾ ਉੱਥੇ, ਇਹ ਫੇਰ ਹੀ ਕੁਝ ਹੋਣਾ ਹੈ। ਫਿਰ ਕਹਿੰਦਾ ਮੈਨੂੰ ਮੋਢਿਆਂ 'ਤੇ ਚੁੱਕ ਕੇ ਲਿਆਂਦਾ ਇੱਥੇ ਅਕਾਲ ਤਖ਼ਤ ਸਾਹਿਬ। ਜਦੋਂ ਇੱਥੇ ਲੈ ਕੇ ਆਏ ਤੇ ਫਿਰ ਉਹਨਾਂ ਮਹਾਂਪੁਰਸ਼ਾਂ ਅੱਗੇ ਬੇਨਤੀ ਕੀਤੀ, ਮੇਰੇ ਸਹੁਰੇ ਨੇ ਤੇ ਹੋਰ ਪਰਿਵਾਰ ਨੇ, ਵੀ ਮਹਾਂਪੁਰਸ਼ ਗਲਤੀ ਹੋ ਗਈ ਹੈ। ਤੇ ਸੰਤਾਂ ਨੇ ਉਸ ਵੇਲੇ ਸਿੰਘਾਂ ਨੂੰ ਕੋਲ ਬੁਲਾਇਆ ਤੇ ਮਹਾਂਪੁਰਸ਼ ਕਹਿੰਦੇ ਵੀ ਭਾਈ ਹੁਣ ਜੇ ਸਿੰਘ ਹੀ ਅਰਦਾਸ ਕਰ ਦਿੰਦੇ ਤਾਂ ਕੁਝ ਹੋ ਸਕਦਾ, ਆਪਾਂ ਤਾਂ ਕੁਝ ਨਹੀਂ ਕਹਿ ਸਕਦੇ। ਇਹਨੇ ਸਿੰਘਾਂ ਨੇ ਮਾੜਾ ਕਿਹਾ ਸੀ ਤੇ ਕਹਿੰਦੇ ਮਹਾਰਾਜ ਸਿੰਘਾਂ ਨੂੰ ਤਾਂ ਕਹੋ ਹੁਣ ਵੀ ਸਿੰਘ ਕੁਝ ਕਰਨ। ਤੇ ਸੰਤ ਕਹਿੰਦੇ ਵੀ ਸਿੰਘੋ ਕਿਉਂ, ਕਿਵੇਂ ਅਰਦਾਸ ਕਰਦੇ ਹੋ? ਤੇ ਸਿੰਘ ਕਹਿੰਦੇ ਮਹਾਰਾਜ ਪੁਰਸ਼ੋ ਤੁਹਾਡੀ ਗੱਲ ਆਪਾਂ ਰੋਕ ਸਕਦੇ ਹਾਂ, ਆਪਾਂ ਤੁਹਾਡਾ ਵਚਨ ਕਦੀ ਮੋੜ ਸਕਦੇ ਹਾਂ, ਜਿਵੇਂ ਆਪ ਜੀ ਕਹਿੰਦੇ ਅਰਦਾਸ ਕਰਦੇ ਹਾਂ। ਕਹਿੰਦੇ ਅਰਦਾਸ ਕੀਤੀ, 3 ਮਹੀਨੇ ਦੇ ਬਿਮਾਰ ਹੁੰਦੇ ਲੱਗਦੇ, 2 ਮਹੀਨਿਆਂ 'ਚ ਪੂਰਾ ਕਹਿੰਦਾ ਮੈਂ ਕਾਇਮ ਹੋ ਗਿਆ। ਬਾਅਦ ਵਿੱਚ ਮੇਰੀ ਚੜ੍ਹਦੀ ਕਲਾ ਹੋ ਗਈ। ਉਹ ਦਿਨ ਤੋਂ ਪ੍ਰਣ ਕੀਤਾ ਵੀ ਮਰਨਾ ਦੇ ਜੂਣਾ ਸੰਤਾਂ ਨਾਲ ਹੀ ਹੈ। ਇਸ ਪ੍ਰਕਾਰ ਫਿਰ ਉਹ 6 ਜੂਨ ਤੋਂ ਬਾਅਦ ਸਾਧ ਸੰਗਤ ਜੋ ਫੜਿਆ ਗਿਆ ਸੀ ਤੇ ਉਸ ਨੇ ਆਪਣੀ ਗੱਲ ਆਪਣੇ ਮੂੰਹ ਦੱਸੀ ਹੈ। ਭਾਵ ਵੀ ਸੰਤ ਵੀ ਵੇਖੋ, ਸੰਤਾਂ ਸਾਹਮਣੇ ਕਿਹਾ ਸੀ ਸਿੱਖਾਂ ਨੂੰ ਗਵਾਰ, ਤੇ ਮਹਾਂਪੁਰਸ਼ ਜਰ ਨਹੀਂ ਸੀ ਸਕੇ। ਇਸੇ ਤਰ੍ਹਾਂ 6ਵੇਂ ਪਾਤਸ਼ਾਹ ਮਹਾਰਾਜ ਕਹਿ ਰਹੇ ਆ ਵੀ ਸਾਨੂੰ ਤੂੰ ਕਿੰਨਾ ਕੁਝ ਕਿਹਾ, ਕੋਈ ਗੱਲ ਨਹੀਂ ਹੈ, ਪਰ ਆ ਜਿਹੜੇ ਨਾਲ ਸਿੱਖਾਂ ਨੂੰ ਗਵਾਰ ਕਹਿ ਰਿਹਾ ਨਾ, ਇਹ ਤੂੰ ਵੀ ਕਿਤੇ ਆਪਣੇ ਨੂੰ ਸਿਆਣਾ ਨਾ ਸਮਝ, ਇਹਨਾਂ ਦੇ ਅਨਸਾਰ ਹੀ ਹੋ ਕੇ ਤੁਹਾਡੀ ਕੁੱਲ ਚੱਲੇਗੀ, ਤੁਹਾਡੀ ਕੁੱਲ ਵੀ ਇਹਨਾਂ ਦੇ ਉੱਤੇ ਖਾਏਗੀ ਆਪਣਾ ਰੋਜੀ ਰੋਟੀ। ਇਹ ਸਿੱਖਾਂ ਜਿਨ੍ਹਾਂ ਨੂੰ ਗਵਾਰ ਕਹਿਣਾ, ਇਹਨਾਂ ਦੀ ਚਰਨਾਂ ਦੀ ਪੌਲ ਲੈ ਕੇ ਨਾ, ਇਹਨਾਂ ਦੀ ਚਰਨ ਧੋ ਕੇ ਫੇਰ ਹੀ ਤੁਸੀਂ ਸੁੱਖ ਪਾਓਗੇ। ਇਹਨਾਂ ਸਿੱਖਾਂ ਜਿਨ੍ਹਾਂ ਨੂੰ ਗਵਾਰ ਕਿਹਾ, ਇਹਨਾਂ ਦੇ ਚਾਕਰ ਨੌਕਰ ਹੋ ਕੇ, ਇਹਨਾਂ ਦੀ ਆਥੜੀ ਕਰਕੇ ਜਿਹੜਾ ਹੈ ਨਾ, ਕਹਿੰਦੇ ਤੁਸੀਂ ਆਪਣੀ ਉਪਜੀਵਕਾ ਚਲਾਓਗੇ, ਰੋਜੀ ਰੋਟੀ ਚਲਾਓਗੇ। ਹੁਣ ਤੇ ਆਕੜ ਕਰਦੇ ਵੀ ਇਹਨਾਂ ਨੂੰ ਪਰੇ ਕਰੋ ਅੱਖਾਂ ਤੋਂ, ਕਹਿੰਦੇ ਫਿਰ ਦੀਨ ਬਣ ਕੇ ਨਾ, ਨਿਮਾਣੇ ਬਣ ਕੇ ਤੇ ਇਹਨਾਂ ਨਾਲ ਮਿਲੋਗੇ। ਕਿਆ ਕਰੋਗੇ? ਮਹਾਂਪੁਰਸ਼ੋ ਇੱਧਰ ਮੂੰਹ ਕਰੋ। ਸਿੱਖ ਕਿਆ ਕਰਨਗੇ? ਅਸੀਂ ਕਰਨਾ ਨਹੀਂ, ਤੁਸੀਂ ਕਿਆ ਕਰਨਾ? ਮਹਾਂਪੁਰਸ਼ੋ ਕਰੋ। ਕਹਿੰਦੇ ਇਸ ਤਰ੍ਹਾਂ ਦੀਨ ਬਣ ਕੇ ਇਹਨਾਂ ਨਾਲ ਮਿਲੋਗੇ। ਅਨਾਦਰ ਪਾਉਂਦੇ ਫਿਰੋਗੇ, ਘਰ ਮੰਗਦੇ ਫਿਰੋਗੇ, ਮੰਗਦਿਆਂ ਵਾਂਗ ਗੁਰੂ ਕੀ ਕੁੱਲ ਹੋ ਕੇ ਵੀ। ਕਿਉਂਕਿ ਅਸੀਂ ਤੁਹਾਨੂੰ ਵੇਖੋ ਮਨਾਉਣਾ ਚਾਹਿਆ, ਤੁਹਾਨੂੰ ਮਨਾਇਆ, ਵੇਖੋ ਸਾਡੇ ਮਨਾਉਂਦਿਆਂ ਦੇਖਦਾ ਵੀ ਤੁਸੀਂ ਮੇਲ ਨਹੀਂ ਕੀਤਾ।
ਕਿੱਡਾ ਜਿਹੜਾ ਤੁਹਾਡਾ ਸੁਭਾਅ ਮਾੜਾ ਹੋਇਆ ਪਿਆ ਹੈ। ਹੋਏ ਭਵਿੱਖਤ ਮਹਿ ਆਸ ਖੇਰ ਇਹ ਭਵਿੱਖ ਵਿੱਚ ਤੇ ਕਹਿੰਦੇ ਮਹਾਰਾਜ ਇਹੋ ਜਿਹੇ ਖੇਲ ਵਰਤਣਾ ਹੈ। ਮਿਲਿਓ ਚਹਿ ਗੁਰ ਘਰ ਸੂਤ ਬੈ ਇਹ ਜੀ ਜਿਹੜੀ ਭਵਿੱਖਬਾਣੀ ਹੋਣੀ, ਤੁਸੀਂ ਗੁਰੂ ਘਰ ਨਾਲ ਮਿਲਣਾ ਚਾਹਣਾ ਵੀ ਮਿਲ ਪਈਏ ਗੁਰੂ ਘਰ ਦੇ ਨਾਲ ਤਦੋਂ ਕਹਿੰਦੇ ਗੁਰਸਿੱਖ ਤੁਹਾਨੂੰ ਹਟਾਇਆ ਕਰਨਗੇ, ਨਹੀਂ ਨਹੀਂ ਜਾਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਰਦੇ ਹੋ ਤੇ ਤੁਹਾਡੇ ਸਾਰਿਆਂ ਨੂੰ ਮਿਲਿਆ ਵੀ ਜਾਏਗਾ। ਇਸ ਤਰ੍ਹਾਂ ਸੇ ਕਿਹਾ ਕਰਨਗੇ ਪਹਿਲਾਂ ਚਾਕਰੀ ਕਰੋ, ਚਾਕਰ ਬਣੋ ਤੇ ਜਾਂ ਵੀ ਪੌੜ ਲਓ ਗੁਰੂ ਘਰ ਦੇ ਚਰਨਾਂ ਦੀ, ਫਿਰ ਤਦੋਂ ਇਹ ਸਿੱਖ ਤੁਹਾਨੂੰ ਪੈਸਾ ਧੇਲਾ ਦਿਆ ਕਰਨਗੇ ਜਦੋਂ ਇਹਨਾਂ ਦੇ ਚਰਨਾਂ ਦੀ ਪੌੜ ਤੇ ਜਾਣ ਦੀ ਚਾਕਰ ਬਣਿਆ ਕਰੋਗੇ। ਇਹੋ ਸਤਿਗੁਰੂ ਮਹਾਰਾਜ ਬਚਨ ਕਰਕੇ ਉੱਠੇ ਐ। ਸ਼ਰਾਬ ਬਚਨ ਭਾਵੇਂ ਲਿਖਿਆ ਹੀ ਹੈ ਇੱਥੇ, ਗੁਰੂ ਸਾਹਿਬ ਕਹਿੰਦੇ ਸ਼ਰਾਬ ਨਹੀਂ ਦਿੰਦੇ ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉਂ ਹੋਏ। ਇਹਦੇ ਜੈਸੀ ਕਰਨੀ ਵੈਸੀ ਭਰਨੀ, ਜਿਹਾ ਬੀਜੇ ਸੋਲਣੇ ਕਰਮਾਂ ਸੰਗੜਾ ਖੇਤ। ਜਦੋਂ ਗੁਰੂ ਪੀਰ ਨੂੰ ਨਹੀਂ ਵੇਖਣਾ ਤੇ ਫਿਰ ਉਹ ਜਿਹਾ ਫਲ ਤੇ ਪਾਉਣਾ ਹੀ ਪਾਉਣਾ ਹੈ। ਇਸ ਤਰ੍ਹਾਂ ਮਹਾਰਾਜ ਬਚਨ ਕਰਕੇ ਤੇ ਗੁਰੂ ਪੂਰੇ ਤੇ ਉੱਠੀ ਪਏ ਵੀ ਚਲੋ ਚੱਲੀਏ ਇੱਥੋਂ। ਜਿਨ੍ਹਾਂ ਸਤਿਗੁਰਾਂ ਦੇ ਅੰਗ ਬੜੇ ਸੁਡੋਲ ਹੈ, ਬੜੇ ਸੋਹਣੇ ਹੈ, ਸੋਹਣੇ ਨਕਦ ਲੰਬੜੇ ਵਾਲਾ, ਗੁਰੂ ਕੇ ਸਰੀਰ ਦੀ ਸ਼ੋਭਾ ਤੇ ਕਹੀ ਨਹੀਂ ਜਾ ਸਕਦੀ। ਇਧਰ ਬਾਬਾ ਰਾਮ ਬਾਬਾ ਮਿਹਰਬਾਨ ਤੇ ਕਹਿੰਦੇ ਵੱਧ ਘੱਟ ਬੋਲਦਾ ਹੀ ਰਿਹਾ। ਇਹਨੇ ਨਹੀਂ ਵੇਖਿਆ ਵੀ ਮੇਰੇ ਨਾਲ ਕੀ ਮੈਨੂੰ ਬਚਨ ਕਰ ਦਿੱਤੇ, ਕਹਿੰਦੇ ਜੋ ਲੱਗਾ ਵੱਧ ਘੱਟ ਬੋਲੀ ਗਿਆ ਹੈ। ਮਹਾਰਾਜ ਨੇ ਕੋਈ ਉੱਤਰ ਕੀਤਾ ਵੀ ਕੀ ਕਹਿਣਾ ਹੁਣ ਤੂੰ, ਜਿੱਦਾਂ ਆਪਾਂ ਕਹਿੰਦੇ ਕੀ ਕਹਿਣਾ ਵੀ ਤੂੰ ਹੁਣ। ਸਤਿਗੁਰੂ ਮਹਾਰਾਜ ਨੇ ਕੋਈ ਉੱਤਰ ਨਹੀਂ ਦਿੱਤਾ ਵੀ ਕੋਈ ਗੱਲ ਨਹੀਂ, ਜਿਵੇਂ ਬੋਲਦਾ ਬੋਲ ਲੈ ਦੋ। ਸਭੋਂ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਹੈ ਤੇ ਵਡਿਆਈ ਪਾਈ ਹੋਈ। ਜਿਵੇਂ ਕਹਿੰਦੇ ਨਾ ਵੱਡੇ ਵਡਿਆਈ ਪਾਉਂਦੇ ਤੇ ਨਿਵੇਂ ਰਹਿੰਦੇ ਹਨ। ਜਿਵੇਂ ਕਹਿੰਦੇ ਬ੍ਰਿਸ਼ ਹੁੰਦੇ ਜਿਨ੍ਹਾਂ ਨੂੰ ਫਲ ਲੱਗੇ ਹੁੰਦੇ ਆ, ਉਹ ਹਮੇਸ਼ਾ ਸਾਧ ਸੰਗਤ ਜੀ ਫਲ ਵਾਲੇ ਝੁਕਦੇ ਹੀ ਹੈ ਕਿਉਂਕਿ ਉਹ ਭਰੇ ਪਏ ਫਲ ਨਾਲ। ਜਿਨ੍ਹਾਂ ਨੂੰ ਫਲ ਕੋਈ ਨਹੀਂ ਉਹ ਤੇ ਟੀਸੀ ਦੇ ਲੱਗੇ ਹੁੰਦੇ ਹਨ। ਤੇ ਜਿਹੜੇ ਸੁੱਕੇ ਰੁੱਖ ਹੁੰਦੇ ਆ ਉਹ ਵੀ ਐ ਤਾਂ ਤੋਤੋਂ ਤੱਕ ਖੜੇ ਹੁੰਦੇ ਆ ਪਰ ਫਲ ਉਹਨਾਂ ਨੂੰ ਕੋਈ ਹੁੰਦਾ ਨਹੀਂ ਹੈ। ਆਕੜ ਜ਼ਰੂਰ ਉਸ ਰੁੱਖ ਦੀ ਵੀ ਹੁੰਦੀ, ਇਸੇ ਤਰ੍ਹਾਂ ਆਕੜੇ ਹੋਏ ਸਨ। ਆ ਵੇਖੋ ਬਾਂਸ ਦੇਖੋ ਨਾ ਕਿੰਨਾ ਵਧਿਆ ਹੁੰਦਾ ਹੈ ਤੇ ਸਿਰ ਉਹਨੇ ਉੱਚਾ ਹੀ ਰੱਖਿਆ ਹੁੰਦਾ, ਪੂਰਾ ਆਕੜਿਆ ਹੁੰਦਾ ਬਾਂਸ। ਪਰ ਉਹ ਬਾਂਸ ਖੜਦਾ ਕੀ ਹੈ? ਆਕੜ ਦੇ ਕਰਕੇ ਕੁਝ ਨਹੀਂ ਖੜਦਾ। ਛਿੰਨ ਵਿੱਚ ਜਲ ਬਲ ਕੇ ਸੜ ਬਲ ਕੇ ਜਿਹੜਾ ਸਵਾਈ ਹੋ ਜਾਂਦਾ ਹੈ, ਆਪੋ ਵਿੱਚ ਹੀ ਘਸ ਘੁਸ ਕੇ। ਜਿਸ ਤਰ੍ਹਾਂ ਵੱਡੇ ਪਹਾੜ ਦੇ ਉੱਪਰ, ਪਹਾੜ ਦੇ ਸਿਰ ਦੇ ਉੱਪਰ ਕਹਿੰਦੇ ਜਿਹੜੇ ਕੱਖ ਲੇਟਦੇ ਆ, ਵੱਡਿਆਂ ਤੋਂ ਵੱਡੇ ਤੇ ਛੋਟਿਆਂ ਦੇ ਛੋਟੇ, ਉਹ ਪਹਾੜ ਨੂੰ ਕੋਈ ਫਰਕ ਥੋੜਾ ਪੈਂਦਾ ਹੈ। ਕੀ ਹੋ ਗਿਆ? ਕਹਿੰਦੇ ਜੇ ਛੋਟਾ ਜਿਹਾ ਬੱਕਰਾ ਤੇ ਹਾਥੀ ਦੇ ਸਿਰ ਤੇ ਚੜ ਗਿਆ ਹੈ ਤਾਂ ਬੱਕਰੇ ਦੇ ਚੜ੍ਹਨ ਨਾਲ ਹਾਥੀ ਘਟ ਨਹੀਂ ਜਾਂਦਾ, ਬੱਕਰਾ ਵੱਧ ਨਹੀਂ ਜਾਂਦਾ। ਬੱਕਰਾ ਹਾਥੀ ਉੱਪਰ ਹੀ ਚੜਿਆ ਹੈ ਨਾ, ਤੇ ਬੱਕਰਾ ਜਦੋਂ ਡਿੱਗ ਪਿਆ ਉਹਨੇ ਛੋਟਾ ਹੀ ਰਹਿਣਾ ਹੈ। ਇਸ ਪ੍ਰਕਾਰ ਬੱਕਰਾ ਹਾਥੀ ਦੇ ਚੜਿਆ ਹੋਇਆ ਵੀ ਸਾਧ ਸੰਗਤ ਜੀ ਹਾਥੀ ਵੱਡਾ ਰਹਿੰਦਾ ਹੈ ਤੇ ਜਿਹੜਾ ਬੱਕਰਾ ਉਹ ਛੋਟਾ ਹੀ ਰਹਿੰਦਾ ਹੈ। ਤੇ ਮੈਂ ਸਤਿਗੁਰੂ ਇਹਨਾਂ ਵਿਚਾਰਾਂ ਨੂੰ ਵਿਚਾਰ ਕੇ ਨਾ ਮਹਾਰਾਜ ਦੇ ਬਹੁਤ ਵੱਡੇ, ਗੁਰੂ ਜੈਸਾ ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਕੀਤੀ ਹੈ। ਫਿਰ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਪੁੱਤਰ ਛੇਵੇਂ ਪਾਤਸ਼ਾਹ ਦੀ ਕੋਈ ਮਹਿਮਾ ਨਹੀਂ ਘਟੀ ਹੈ, ਕਿਉਂਕਿ ਵੱਡਿਆਂ ਦੀ ਮਹਿਮਾ ਘਟਦੀ ਕੋਈ ਨਹੀਂ ਹੈ। ਵੈਸੇ ਵੀ ਨਿਵੇਂ ਸੋ ਗੌਰਾ ਹੋਏ, ਜਿਹੜਾ ਨਿਵਦਾ ਉਹੀ ਭਾਰਾ ਹੁੰਦਾ ਹੈ। ਤੇ ਗੁਰੂ ਸਾਹਿਬ ਜੀ ਦੇ ਬਹੁਤ ਵੱਡੇ ਹੈ ਤੇ ਵੈਸੇ ਵੀ ਸਾਧ ਸੰਗਤ ਜੋ ਉੱਚਾ ਉਹੀ ਝੁਕਦਾ ਹੈ, ਕਿਉਂਕਿ ਉੱਚੇ ਨੇ ਤਾਂ ਝੁਕਣਾ ਕਿਉਂਕਿ ਨੀਵੇਂ ਦੀ ਗੱਲ ਸੁਣਨੀ ਹੈ। ਤੇ ਨੀਵਾਂ ਜੇ ਝੁਕੂਗਾ ਤੇ ਧਰਤੀ 'ਚ ਧੱਸ ਜਾਊਗਾ। ਗੁਰੂ ਮਹਾਰਾਜ ਦੇ ਬਹੁਤ ਵੱਡੇ ਹੈ ਤੇ ਬਾਬਾ ਮਿਹਰਬਾਨ ਤੇ ਬਹੁਤ ਨੀਵੇਂ ਹੈ, ਉਹਨਾਂ ਨੂੰ ਝੁਕਣ ਦੀ ਕੋਈ ਲੋੜ ਹੈ। ਸੱਚੇ ਪਾਤਸ਼ਾਹ ਵੱਡੇ ਇਸ ਕਰਕੇ ਨੀਵੇਂ ਹਨ। ਸੁੱਤੇ ਸੇਧੀ ਮਹਾਰਾਜ ਹੌਲੀ ਹੌਲੀ ਚੱਲ ਕੇ ਆਨ ਬਰਾਜੇ ਆਪਣੇ ਨਿੱਜੀ ਸਥਾਨ ਵੱਲ ਆ ਕੇ। ਫਿਰ ਵੀ ਮਹਾਰਾਜ ਆਪਣੇ ਪਰਿਵਾਰ ਦੇ ਮੈਂਬਰ ਜਾਣ ਕੇ ਨਾ ਵੀ ਘਰ ਦੇ ਪਰਿਵਾਰ ਦੇ ਮੈਂਬਰ ਹੈ। ਸਤਿਗੁਰੂ ਮਿਹਰਬਾਨ ਦੀ ਜਿਹੜੀ ਇਹ ਕਠੋਰਤਾ ਹੀ ਨਾ ਛੋਟਦਾਈ ਹੈ, ਇਹ ਜਿਹੜੀ ਮਾੜੀ ਹੈ ਸੋਚ, ਇਸ ਦੀ ਚਿਤਵਨੀ ਕਰਦੇ ਵੀ ਵੇਖੋ ਕਿੰਨੇ ਪ੍ਰੇਮ ਨਾਲ ਸਮਝਾਉਣ ਗਏ ਤੇ ਸਮਝੇ ਨਹੀਂ ਹਨ।
ਸੁਭਾਈ ਮਹਾਰਾਜ ਕਹਿੰਦੇ ਪਹਿਲੀ ਵਾਰ ਮਿਲਣੇ ਤੇ ਸਾਰਾ ਸੁਭਾਅ ਜਾਣ ਲਿਆ ਵੀ ਕਿਹੋ ਜਿਹਾ ਸੁਭਾਅ ਮਿਹਰਬਾਨ ਦਾ। ਜਨ ਪਾਤੀ ਨਿਜ ਪਿਤਾ ਪੜਾਈ ਮਹਾਰਾਜ ਕਹਿੰਦੇ ਤਾਂ ਵੀ ਕਸੂਰ ਕੋਈ ਨਹੀਂ, ਜਿਵੇਂ ਪਿਤਾ ਭਤੀਜਾ ਨੇ ਪੱਟੀ ਪੜਾਈ ਇਹਨਾਂ ਤਗੜਿਆ ਕੀਤਾ ਵੀ ਪੁੱਤਰਾ ਘਾਟ ਨਹੀਂ ਰੱਖਣੀ, ਨਿਵਣਾ ਨਹੀਂ ਜੋ ਮਰਜ਼ੀ ਹੋ ਜੇ। ਦਵੈਸ ਰਜਨ ਕੀ ਚਾਤੁਰਤਾਈ ਐ ਚਤਰ ਸਿਆਣਾ ਰਹਿਣਾ, ਚਲਾਕ ਹੀ ਰਹਿਣਾ ਤੇ ਈਰਖਾ ਫੁੱਲ ਰੱਖਣੀ, ਈਰਖਾ ਵਿੱਚ ਕੋਈ ਘਾਟ ਨਹੀਂ ਰੱਖਣੀ, ਤਗੜਿਆ ਰਹਿਣਾ ਈਰਖਾ ਵਿੱਚ ਵੀ। ਕਹਿਣ ਕਠੋਰ ਕਰਨ ਅਹੰਕਾਰ ਤੇ ਕਠੋਰ ਬਚਨ ਕਹਿਣੇ ਆਏ ਗਏ ਨੂੰ ਤੇ ਹੰਕਾਰ ਹੀ ਧਾਰਨ ਕਰਨਾ, ਐਵੇਂ ਕਹਿੰਦੇ ਹੰਕਾਰ ਹੀ ਧਾਰਿਆ ਹੋਇਆ ਮਿਹਰਬਾਨ ਨੇ। ਕਪਟ ਕਰਨ ਮੈਂ ਬਹੁਤ ਉਦਾਰ ਗੁਰੂ ਸਾਹਿਬ ਵਿਚਾਰਦੇ ਵੀ ਵੇਖੋ ਕਪਟ ਕਰਨ ਚ ਵੀ ਆਪਣੇ ਪਿਤਾ ਵਾਂਗ ਪੂਰੀ ਬੁੱਧੀ ਤੇਜ਼ ਹੀ ਹੈ, ਵੱਡੀ ਬੁੱਧੀ ਹੈ, ਕੋਈ ਕਸਰ ਨਹੀਂ ਹੈ, ਕੋਈ ਜਿਹੜੀ ਘਾਟ ਹੈ ਹੀ ਨਹੀਂ ਹੈ। ਦੇਖਿਆ ਮਿਹਰਬਾਨ ਵਡ ਫੂਲਾ ਗੁਰੂ ਸਾਹਿਬ ਦੇ ਚਲੇ ਗਏ ਪਿਛੋਂ ਮਿਹਰਬਾਨ ਕਹਿੰਦੇ ਬੜਾ ਫੁੱਲਿਆ ਹੋਇਆ ਹੈ। ਗਰਭ ਹੰਡੇਰੋ ਚਾੜੇ ਜਨ ਝੂਲਾ ਮਾਨੋ ਵੀ ਹੰਕਾਰ ਰੂਪੀ ਭੰਗੂੜੇ ਤੇ ਚੜ ਕੇ ਤੇ ਝੋਲੀ ਰਿਹਾ ਮਿਹਰਬਾਨ, ਵੀ ਹੰਕਾਰ ਦੇ ਭੰਗੂੜੇ ਚੜ ਕੇ ਤੇ ਝੂਟੇ ਲੈ ਰਿਹਾ ਮੌਜਾਂ ਨਾਲ। ਨਿਜ ਸਿੱਖਣ ਸੋ ਮਹਿਮਾ ਕਹੈ ਆਪਣੇ ਸਿੱਖਾਂ ਨੂੰ ਮਹਿਮਾ ਕਹਿੰਦਾ ਸੁਣੋ ਸਿੱਖੋ ਮੇਰਿਓ। ਮਮ ਤੋਂ ਬਾਦਨੀ ਬੰਦਨੀय ਗੁਰ ਕਹਿੰਦਾ ਹੈ ਵੇਖਿਆ ਜੇ ਮੈਂ ਜਿਹੜਾ ਨਾ ਪੂਰਾ ਬੰਦਨਾ ਜੋਗ ਆ, ਕਹਿੰਦਾ ਮੈਂ ਹੀ ਗੁਰੂ ਆ ਵੱਡਾ। ਇੱਕ ਵੇਖੋ ਕਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆ ਕੇ ਮੈਨੂੰ ਮੱਥਾ ਟੇਕਦੇ ਆ। ਜੇ ਦੇ ਰਿਸ਼ਵਤ ਦਰਬਮ ਸੰਦ ਪਸੰਦ ਵੀ ਬੜੇ ਸਿਆਣੇ, ਉਹ ਜਾਣ ਕੇ ਚਿੜੀਆਂ ਛੇੜਦੇ, ਕਹਿੰਦੇ ਮਹਾਰਾਜ ਜਿਹੜੇ ਆਏ ਸਨ ਇਹ ਕੌਣ ਸਨ? ਕਹਿੰਦੇ ਤੇ ਰਿਸ਼ਵਤ ਦੇ ਕੇ ਨਾ ਲੋਕਾਂ ਨੂੰ ਬਹੁਤਾ ਪੈਸਾ ਦੇ ਕੇ ਆਪਣੇ ਮਸੰਦਾਂ ਨੂੰ, ਇਹ ਬਨ ਬੈਠੇ ਗੁਰੂ ਬਲੰਦ ਤੇ ਇਹ ਵੱਡੇ ਗੁਰੂ ਬਣ ਬੈਠੇ। ਉਦਾਂ ਥੋੜੀ ਗੁਰੂ ਤੇ ਕਹਿੰਦਾ ਮੈਂ ਹਾਂ, ਇਹਦੇ ਪੈਸੇ ਦੇ ਕੇ ਰਿਸ਼ਵਤ ਦੇ ਕੇ ਵੱਡੇ ਗੁਰੂ ਬਣੇ ਹੋਏ ਆ। ਅਗਰ ਪਗ ਨਮੋ ਹਮਾਰੇ ਇਹ ਪਰ ਕੀ ਹੋ ਗਿਆ ਜੇ ਬਣ ਗਏ ਆ? ਕਹਿੰਦੇ ਨਿਮਰ ਜਿਹੜੇ ਆ ਨਮਰਤਾ ਭਾਵ ਨਿਮਰਤਾ ਨਾਲ ਤੇ ਜਿਹੜੇ ਨਿਵਦੇ ਆ ਇਹ ਮੇਰੇ ਚਰਨਾਂ ਤੇ ਆ ਕੇ ਨਿਵਦੇ ਨਾ, ਨਮਸਕਾਰਾਂ ਦੀ ਮੈਨੂੰ ਹੀ ਕਰਦੇ ਨਾ ਮੇਰੇ ਅੱਗੇ ਆ ਕੇ। ਇਹ ਮਹਿਮਾ ਨਾ ਲਖੈ ਸਿੱਖ ਸਾਰੇ ਆ ਜਿਹੜੇ ਸਿੱਖੜੇ ਜੇ ਆਏ ਸਨ ਨਾਲ, ਕਹਿੰਦੇ ਇਹ ਤੇ ਸਾਰੇ ਥੋੜੀ ਮੇਰੀ ਮਹਿਮਾ ਜਾਣਦੇ ਵੀ ਮੈਂ ਕਿੱਡਾ ਵੱਡਾ ਗੁਰੂ ਆ। ਕੋ ਲਖੈ ਸੋ ਹਮ ਟਿਕ ਆਵੈ ਕੋਈ ਜਿਹੜਾ ਸਿਆਣਾ ਜਿਹਦੀ ਗਿਆਨ ਦੀ ਅੱਖ ਖੁੱਲੀ ਹੋਈ, ਕਹਿੰਦੇ ਉਹ ਮੇਰੇ ਕੋਲ ਆਉਂਦੇ ਆ ਤੇ ਉਹ ਮੱਥਾ ਟੇਕ ਜਾਂਦੇ ਹਨ। ਪਿਤਾ ਪਿਖੀ ਕਿਸ ਭਿਗ ਚਲ ਜਾਵੈ ਇਹ ਕਹਿੰਦਾ ਬਾਕੀ ਜਿਹੜੇ ਮਹਾਰਾਜ ਵੀ ਬਾਕੀ ਤੋਂ ਜਾਂਦੇ, ਕਹਿੰਦਾ ਬਾਕੀ ਦੇ ਵੇਖੋ ਵੇਖੀ ਜਿਵੇਂ ਜਗ ਦੀ ਭੇਡਾਂ ਚਾਲੇ ਵਿੱਚ ਚੱਲ ਕੇ ਜਾ ਕੇ ਮੱਥਾ ਟੇਕੀ ਜਾਂਦੇ ਆ। ਕਰਨ ਚਾਹਤ ਇਤੇ ਆਇਓ ਇਹ ਤਾਂ ਹਰਗੋਬਿੰਦ ਸਾਹਿਬ ਮੇਰੇ ਨਾਲ ਮੇਲ ਕਰਨਾ ਚਾਹੁੰਦੇ, ਤਾਈਓ ਤੇ ਇੱਥੇ ਕਹਿੰਦਾ ਆਏ ਹੋਏ ਸਨ। ਬਾਤ ਮੈਂ ਬਿਗੜੈ ਇਹਨ ਲਖ ਪਾਇਓ ਇਹਨਾਂ ਨੇ ਜਾਣ ਪਾਇਆ ਵੀ ਮੈਂ ਜਾ ਕੇ ਨਿਮਰਤਾ ਹੀ ਵਰਤਦਾ, ਕਿਤੇ ਮੇਰੀ ਗੱਲ ਹੀ ਨਾ ਵਿਗੜ ਜਾਵੇ ਮਿਹਰਬਾਨ ਨਾਲ। ਚਾਹੋ ਜਹਾਂ ਸੋ ਮੇਲ ਹਮਾਰਾ ਇਹ ਕਿਉਂਕਿ ਇਹਨਾਂ ਨੂੰ ਪਤਾ ਕਿ ਮੇਰਾ ਸ਼ਾਹਜਹਾਂ ਦੇ ਨਾਲ ਮੇਲ, ਤੇ ਸ਼ਾਹਜਹਾਂ ਜਿਹੜਾ ਉਹ ਬਾਦਸ਼ਾਹ ਹੈ ਦੁਨੀਆ ਦਾ। ਸੁਨਿਓ ਕਿਸੀ ਤੇ ਉਰਡਰ ਧਾਰਾ ਆਪਣੇ ਸਿੱਖਾਂ ਨੂੰ ਕਹਿੰਦਾ ਇਹ ਬੜਾ ਗੱਲ ਕੀ ਹੈ। ਇਹ ਹਰਗੋਬਿੰਦ ਸਾਹਿਬ ਜੀ ਨੇ ਨਾ ਜਿਹੜਾ ਇਹ ਜਾਣਿਆ ਵੀ ਮੈਂ ਸ਼ਾਹਜਹਾਂ ਦਾ ਮਿੱਤਰ ਆ, ਮੇਰੀ ਵਾਹ ਬਣਦੀ ਉਹਨਾਂ ਨਾਲ, ਇਸ ਕਰਕੇ ਕਿਤੋਂ ਸੁਣਿਆ ਤਾਈਓ ਹਿਰਦੇ ਵਿੱਚ ਡਰ ਧਾਰਿਆ ਹੋਇਆ ਤੇ ਮੇਰੇ ਅੱਗੇ ਆ ਕੇ ਹੱਥ ਜੋੜ ਰਹੇ ਸੀ। ਹਮ ਐਸੇ ਕਿਆ ਹੈ ਨ ਜਾਣ ਕਹਿੰਦਾ ਪਰ ਮੈਂ ਕਿਤੇ ਘੱਟ ਸਿਆਣਾ, ਮੈਂ ਕਿਤੇ ਅਣਜਾਣ ਆ, ਮੈਨੂੰ ਪਤਾ ਨਹੀਂ ਵੀ ਮੈਂ ਕੀ ਹਾਂ। ਬਨਤ ਬਾਤ ਛੁਭ ਕਰੈ ਨਾਨ ਵੀ ਚੰਗੀ ਗੱਲ ਮੰਨਦੀ ਹੋਵੇ ਤੇ ਆ ਕੇ ਇਹਨਾਂ ਨਾਲ ਮੇਲ ਮਿਲਾਪ ਮੈਂ ਕਰ ਲਵਾਂ, ਜਾਂ ਵੀ ਇਹ ਵੀ ਸੋਚਦੇ ਵੀ ਚੰਗੀ ਗੱਲ ਬਣ ਜਾਵੇ ਤੇ ਇਹਨਾਂ ਨਾਲ ਆ ਕੇ ਮੇਲ ਮਿਲਾਪ ਕਰ ਲਵਾਂ। ਕੀ ਕਹਿੰਦਾ ਮੈਂ ਨਹੀਂ ਜਾਣਦਾ ਵੀ ਇਹਨਾਂ ਨੂੰ ਨਹੀਂ ਪਤਾ ਵੀ ਮੈਂ ਕਿੱਡਾ ਗਿਆਨੀ ਆ ਮਿਹਰਬਾਨ। ਹਜ਼ਰਤ ਸੁਤ ਮਮ ਕਾਜ ਸੁਧਾਰ ਹੈ ਕਹਿੰਦਾ ਵੀ ਹਜ਼ਰਤ ਦਾ ਪੁੱਤਰ ਜਹਾਂਗੀਰ ਦਾ ਪੁੱਤਰ ਤੇ ਮੇਰਾ ਕੰਮ ਸੁਧਾਰ ਹੀ ਦੇ, ਗੱਦੀ ਆਪਾਂ ਨੂੰ ਦੇ ਦੇਣੀ ਹੈ ਬਸ ਥੋੜੇ ਸਮੇਂ 'ਚ। ਟਿਕ ਪਿਤਾ ਉਚਾਰੈ ਕਹਿੰਦਾ ਛੇਤੀ ਗੱਲ ਬਣ ਜਾਣੀ ਹੈ, ਜਾਂ ਤੇ ਆਪਣੇ ਪਿਤਾ ਕੋ ਕਹਿ ਕੇ ਗੱਲ ਬਣ ਜਾਣੀ ਛੇਤੀ, ਨੋ ਆਪੀ ਦੇਹ ਬਣਾਏ ਜਾਂ ਤੇ ਉਹ ਸ਼ਾਹਜਹਾਂ ਕਿਹੜਾ ਘੱਟ ਹੈ, ਕਹਿੰਦਾ ਉਹ ਵੀ ਬੜਾ ਤਗੜਾ ਹੀ ਹੈ ਨਾ, ਬਾਦਸ਼ਾਹ ਹੀ ਹੈ, ਜਾਂ ਤੇ ਫਿਰ ਉਹ ਮੇਰੀ ਗੱਲ ਬਣਾ ਦੇਵੇਗਾ। ਗੋਬਿੰਦ ਕੋ ਡਰ ਉਪਜਾਏ ਗੁਰੂ ਹਰਗੋਬਿੰਦ ਸਾਹਿਬ ਨੂੰ ਡਰ ਪੈਦਾ ਕਰਕੇ ਵੀ ਦੇ ਦਿਓ ਆਪਣੇ ਆਪ ਹੀ ਗੱਦੀ। ਕਹੇ ਸ਼ਰੀਕ ਬਰੋਪਰ ਕੈਸੇ ਸਿੱਖਾਂ ਨੂੰ ਕਹਿੰਦਾ ਉਹ ਮੈਂ ਜਾਣਦਾ ਮੈਂ ਸ਼ਰੀਕ ਦੇ ਕਹੇ ਦੇ ਆਪਣੇ ਇੱਥੇ ਹਰਿਮੰਦਰ ਸਾਹਿਬ ਸ਼ਰੀਕ ਦੇ ਕਹੇ ਦੇ ਪਰ ਮੈਂ ਕਿਵੇਂ ਜਾ ਸਕਦਾ, ਕਿਵੇਂ ਨਿਵਾਸ ਕਰ ਸਕਦਾ ਹਾਂ। ਆਛੀ ਬਾਤ ਹੋਤ ਨ ਐਸੇ ਇਸ ਤਰ੍ਹਾਂ ਚੰਗੀ ਗੱਲ ਨਹੀਂ ਹੁੰਦੀ, ਸ਼ਰੀਕਾਂ ਦੇ ਕਹੇ ਦੇ ਕਦੀ ਵੀ ਨਹੀਂ ਜਾਣਾ, ਨਾ ਮੈਂ ਗਿਆ ਨਾ ਕਦੇ ਤੁਸੀਂ ਜਾਣਾ, ਜੇ ਕਿਤੇ ਤੁਹਾਡੀ ਵੀ ਅਣਬਣ ਹੋ ਜੇ ਘਰ ਵਿੱਚ। ਆਪਣੇ ਜੋਰ ਸਾਥ ਸਭ ਲੈ ਹੋ ਕਹਿੰਦਾ ਇਹ ਤੇ ਮੈਂ ਆਪਣੀ ਹਿੱਕ ਦੇ ਜੋਰ ਨਾਲ ਸਾਰਾ ਕੁਝ ਹੀ ਲਵਾਂਗਾ, ਘੱਟ ਨਹੀਂ ਆ ਮੈਂ ਕਿਸੇ ਤੋਂ। ਸਦਨ ਪਦਾਮੇ ਲੈ ਸੁਖ ਪੈ ਹੋ ਆਪਣੇ ਦਾਦਾ ਗੁਰੂ ਦਾ ਸਾਰਾ ਕੁਝ ਹੀ ਲੈ ਕੇ ਤੇ ਸੁਖ ਪਾਵਾਂਗਾ, ਮੈਂ ਕਹਾਵਾਂਗਾ ਮਿਹਰਬਾਨ ਗੁਰੂ। ਸੁਣ ਕਰ ਦਾਸ ਕਹੇ ਕਰ ਬੰਦ ਸੁਣ ਕਰਕੇ ਦਾਸ ਜਿਹੜੇ ਆ ਨਾ ਤੇ ਇਹਦੀ ਮਹਿਮਾ ਕਹਿੰਦੇ ਨਾਲ ਨਮਸਕਾਰਾਂ ਕਰਦੇ, ਧੰਨ ਹੋ ਗੁਰੂ ਮਹਾਰਾਜ, ਬਾਬਾ ਮਿਹਰਬਾਨ ਜੀ ਤੁਸੀਂ ਧੰਨ ਹੋ, ਬੜੇ ਸਰਬ ਸ਼ਕਤੀ ਕਾਲਾ ਸੰਬਾਨੀ ਹੋ।
ਤੁਮ ਸਤਿਗੁਰ ਕੇ ਪੁੱਤਰ ਬਲੰਦ ਤੁਸੀਂ ਸਤਿਗੁਰੂ ਬਾਬਾ ਪ੍ਰਿਥੀ ਚੰਦ ਦੇ ਪੁੱਤਰ ਹੋ ਮਹਾਨ। ਸਭ ਵਸਤਨ ਕੇ ਹੋ ਅਧਿਕਾਰੀ ਸਾਰੀਆਂ ਵਸਤੂਆਂ ਦੇ ਬਾਬਾ ਜੀ, ਬਾਬਾ ਮਿਹਰਬਾਨ ਜੀ, ਤੁਸੀਂ ਅਧਿਕਾਰੀ ਹੋ। ਇਹ ਤੇ ਤੁਹਾਡੇ ਨਾਲ ਧੋਖਾ ਹੀ ਹੋ ਗਿਆ ਕਿਤੇ। ਖਿਲਕਤ ਜਾਣਨ ਸਾਰੀ ਇਹ ਤੇ ਸਾਰੀ ਦੁਨੀਆ ਗੱਲ ਜਾਣਦੀ, ਅਸੀਂ ਤੁਹਾਨੂੰ ਕੱਲਿਆਂ ਕੀ ਦੱਸਣਾ। ਸਾਰੇ ਲੋਕ ਹੀ ਜਾਣਦੇ ਵੀ ਜਿਹੜੇ ਗੱਦੀ ਦੇ ਮਾਲਕ ਤੇ ਬਾਬਾ ਮਿਹਰਬਾਨ ਹੀ ਆ। ਇਤਿਆਦਿਕ ਕਹਿ ਥਾਵੈ ਇਤਿਆਦ ਕਹਿ ਕੇ ਨਾਲੇ ਬਾਬਾ ਮਿਹਰਬਾਨ ਨੂੰ ਖੁਸ਼ ਕਰਦੇ ਤੇ ਨਾਲ ਆਪ ਬੜਾ ਹੱਸਦੇ ਵੀ ਅਸੀਂ ਖਾਵਾਂਗੇ ਚੰਗਾ ਚੋਖਾ। ਕਹਿ ਕੇ ਗੁਪਤਾ ਹਮ ਤੇ ਗਿਆਰਾ ਜਾਣਦੇ ਕਹਿੰਦੇ ਗੁਰਤਾ ਤੇ ਸਾਡੇ ਕੋਲ ਹੀ ਆਉਣੀ, ਜਿੱਥੇ ਮਰਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਲੇ ਜਾਣ। ਅਤਿਅਧਿਕ ਕੁਟਲਤਾ ਧਾਰੀ ਰਾਤ ਦਿਨ ਕਹਿੰਦੇ ਇਹਨਾਂ ਦੇ ਕੁਟਲਤਾ, ਕਠੋਰਤਾਈ, ਈਰਖਾ ਦੇ ਪੂਰੀ ਧਾਰੀ ਹੋਈ ਵੀ ਅਸੀਂ ਬੰਦੇ ਰਹਿਣਾ ਨਹੀਂ ਤੇ ਈਰਖਾ ਦੇ ਰੂਪ ਹੀ ਬਣ ਜਾਣਾ ਹੈ। ਆਇਓ ਨਹੀਂ ਸਤਿਗੁਰ ਅਨੁਸਾਰੀ ਇਸੇ ਕਰਕੇ ਕੁਟਲਤਾ ਕਰਕੇ, ਕਠੋਰਤਾਈ ਕਰਕੇ ਤੇ ਸਤਿਗੁਰ ਦੇ ਅਨੁਸਾਰ ਹੀ ਨਹੀਂ ਸਾਧ ਸੰਗਤ ਜੀ ਹੋਏ। ਤੇ ਮਹਾਰਾਜ ਜੀ ਦੇ ਨਾਲ ਵੇਖੋ ਹੋਰ ਬਚਨ ਬਲਾਸ, ਖੋਟੇ ਬਚਨ ਸੱਚੇ ਪਾਤਸ਼ਾਹ ਨੂੰ ਕਹਿੰਦੇ ਰਹੇ ਆ। ਇਹ ਸਾਰੇ ਸਤਿਗੁਰਾਂ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਇਹ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਭਾਈ, ਗੁਰੂ ਪਰਮਾਤਮਾ ਦੇ ਨਾਲ ਜੁੜ ਕੇ ਬੰਦਗੀ ਕਰਦੇ ਰਹਿਣਾ ਹੈ। ਜਦੋਂ ਬੰਦਗੀ ਕਰਨੀ ਹੈ ਉਦੋਂ ਘਰ ਤੋਂ ਹੀ ਸ਼ੁਰੂ ਹੋ ਜਾਣਾ ਵਿਰੋਧ, ਕਿਉਂਕਿ ਸੱਚ ਦੀ ਜਿੱਥੇ ਸੱਚ ਹੈ ਉੱਥੇ ਵਿਰੋਧ ਤੇ ਪਹਿਲਾਂ ਹੀ ਹੈ। ਜੇ ਵਿਰੋਧ ਨਾ ਹੋਵੇ ਤਾਂ ਸੱਚ ਦਾ ਵੀ ਕੋਈ ਆਨੰਦ ਨਹੀਂ ਹੈ। ਜੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਣਾਇਆ ਹੈ ਭਾਈ, ਬੰਦਗੀ ਦੇ ਵਿੱਚ ਪੂਰੇ ਰਹਿਣਾ ਹੈ। ਜੋ ਵਿਰੋਧ ਕਰਦੇ ਹੈ ਉਹਨਾਂ ਕਰਦੇ ਰਹਿਣਾ ਹੈ। ਜਦੋਂ ਕਿ ਗੁਰੂ ਘਰ ਦੀ ਅਸਬੰਸੀ ਹੈ, ਇਹ ਗੁਰੂ ਕੀ ਮੌਜ ਹੈ। ਸਮਝ ਲਓ ਵੀ ਸਤਿਗੁਰੂ ਪਰਮਾਤਮਾ ਨੇ ਇੱਕ ਨਾਟਕ ਹੀ ਬਣਾ ਕੇ ਬੜਾ ਵੱਡਾ ਪੇਸ਼ ਕੀਤਾ, ਬਚਿੱਤਰ ਨਾਟਕ ਹੀ। ਸਤਿਗੁਰੂ ਮਹਾਰਾਜ ਕਥਾ ਵਿਚਾਰਾਂ ਕਰਦੇ ਸਮੇਂ ਇਹ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਦਾ ਬਖਸ਼ਨਾਰ ਬਖਸ਼ ਰਹਿਣਾ ਦੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਕਥਾ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਦੀ ਮਾਫੀ ਬਖਸ਼ਣੀ। ਹੁਣ ਇੱਥੇ ਹੀ ਜਿਹੜੀਆਂ ਅਖੀਰਲੀਆਂ ਪੰਕਤੀਆਂ ਵੜ ਕੇ ਸਮਾਪਤੀ ਹੈ ਜੀ। ਕੁਟਲਤਾ ਧਾਰੀ ਭਇਓ ਨਹੀਂ ਸਤਿਗੁਰ ਅਨੁਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।